ਬਿਲਾਵਲ ਮਹੱਲਾ ਚੌਥਾ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੋਣ ਗੁਰ ਬਚਨ ਮਨ ਤੀਰ ਲਗਈਆ। ਮਾਨ ਕੀ ਬਿਰਥਾ ਮਨ ਹੀ ਜਾਣੈ, ਆਵਰ ਕੇ ਜਾਣੈ ਕੋ ਪੀਰ ਭਰਈਆ। ਅੰਤਰ ਪਿਆਸ ਉਠੀ ਪ੍ਰਭ ਕੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੋਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਰਸਨਾ ਦੀ ਪਵਿੱਤਰਤਾ ਲਈ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਚੌਥਾ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨ ਸਵਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੇ ਧਾਰਿਆ। ਸਿੱਖੀ ਅਤੇ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹੁ ਅਤੁਲ ਤੂੰ, ਤੇਰਾ ਅੰਤ ਨ ਪਾਰਾ ਵਾਰਿਆ। ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸਕਾਰਿਆ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅੰਮ੍ਰਿਤ ਤੂੰ ਵਿਚਾਰਿਆ। ਗੁਰ ਡਿਠਾ ਤਾਂ ਮਨ ਸਾਧਾਰਿਆ। ਐਸੀ ਦੀਨ ਦਿਆਲ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸ੍ਰੀ ਸੁਖਮਨਾ ਸਾਹਿਬ ਜੀ ਦੀ ਬਾਣੀ ਵਿੱਚ ਬਿਲਾਵਲ ਰਾਗ ਦੇ ਅੰਦਰ ਪੰਜਵੀਂ ਅਸ਼ਟਪਦੀ ਉਚਾਰਨ ਕਰਕੇ ਜੋਗੀ ਵੈਦ ਤੇ ਸੰਨਿਆਸੀ ਵੈਦ ਉਹਨਾਂ ਦੇ ਪ੍ਰਥਾਏ ਉਪਦੇਸ਼ ਬਖਸ਼ਦੇ ਨੇ ਬ੍ਰਹਮ ਗਿਆਨ ਦਾ, ਬੜੇ ਪਿਆਰ ਦਾ। ਆਓ ਸਰਵਣ ਕਰੋ ਜੀ। ਅੰਤਰ ਪਿਆਸ ਉਠੀ ਪ੍ਰਭ ਕੇਰੀ। ਭਾਈ ਮਿਹਰ ਦੇ ਅੰਦਰ ਪਰਮਾਤਮਾ ਦੀ ਮਿਲਣ ਦੀ ਬਹੁਤ ਜ਼ਿਆਦੀ ਪਿਆਸ ਉੱਠ ਪਈ ਹੈ। ਗੁਰ ਬਚਨ ਮਨ ਤੀਰ ਲਗਈਆ। ਜਾਂਦੇ ਮੈਂ ਸਤਿਗੁਰਾਂ ਦੇ ਬਚਨ ਸੁਣੇ ਨੇ, ਸ਼ਬਦ ਕੀਰਤਨ ਸੁਣਿਆ ਹੈ, ਗੁਰੂ ਸਾਹਿਬ ਦੀ ਬਾਣੀ ਸੁਣੀ ਹੈ, ਮਹਾਰਾਜ ਦੇ ਬਚਨ ਸੁਣੇ ਨੇ, ਤਾਂ ਮੇਰੇ ਹਿਰਦੇ ਵਿੱਚ ਪ੍ਰੇਮ ਦੇ ਤੀਰ ਲੱਗੇ ਹਨ। ਪ੍ਰਭੂ ਦੇ ਪ੍ਰੇਮ ਦੇ, ਹਰ ਪ੍ਰੇਮ ਬਾਣੀ ਮਨ ਮਾਰਿਆ। ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਫਿਰ ਪਰਮ ਕੀ ਸੋ ਜਾਣ ਜਰੀਆ। ਜੀਵਨ ਮੁਕਤ ਸੁਖੀਐ, ਮਰ ਜੀਵੈ ਮਰੀਆ। ਜਨ ਨਾਨਕ ਸਤਿਗੁਰ ਇਲਹਾਰ, ਜਗਤ ਉਤਰ ਤਰੀਆ। ਅਣਿਆਲੇ ਤੀਰ ਉਹ ਹੁੰਦੇ ਨੇ ਜਿਹੜੇ ਅੱਗੋਂ ਤਾਂ ਤਿੱਖੇ ਹੁੰਦੇ ਨੇ, ਤੇ ਜਿਹੜੀ ਅਗਲੀ ਲੋਕ ਹੈ ਤਿੱਖੀ ਹੋਣ ਕਰਕੇ ਅੰਦਰ ਧਸ ਜਾਂਦੀ ਹੈ, ਪਰ ਜਦ ਬਾਹਰ ਖਿੱਚਦੇ ਨੇ ਤੇ ਪਿਛਲੇ ਪਾਸੇ ਤੋਂ ਕੁੰਡੀਆਂ
ਮੁੜੀਆਂ ਹੋਈਆਂ ਨੇ ਉਹ ਬੜੀਆਂ ਤਿੱਖੀਆਂ ਹੁੰਦੀਆਂ, ਉਹ ਨਾਲ ਹੀ ਮਾਸ ਦਾ ਰੁੱਗ ਭਰ ਕੇ ਲੈ ਆਉਂਦੀਆਂ। ਉਹ ਤੀਰ ਬੰਦੇ ਨੂੰ ਜਿਉਂਦਾ ਨਹੀਂ ਛੱਡਦੇ, ਮਾਰ ਹੀ ਸੁੱਟਦੇ ਹਨ। ਉਹਨੂੰ ਅਣਿਆਲੇ ਤੀਰ ਕਹਿੰਦੇ ਨੇ, ਪਿੱਛੋਂ ਦੀ ਕੁੰਡੀਆਂ ਮੁੜੀਆਂ ਵਾਲੇ। ਤੋ ਇੰਝ ਜਦ ਮਹਾਰਾਜ ਨੇ ਮੈਨੂੰ ਬਾਣੀ ਸੁਣਾਈ, ਆਪ ਦੇ ਬਚਨ ਸੁਣਾਏ, ਤਾਂ ਅਣਿਆਲੇ ਤੀਰ ਮੇਰੇ ਹਿਰਦੇ 'ਚ ਐਸੇ ਲੱਗੇ ਨੇ, ਮੇਰਾ ਹਿਰਦਾ ਮੰਨਿਆ ਗਿਆ। ਹੁਣ ਮੈਂ ਕਾਸੇ ਜੋਗਾ ਨਹੀਂ ਰਿਹਾ, ਸਿਵਾਏ ਗੁਰਦੁਆਰੇ ਤੋਂ, ਗੁਰੂ ਘਰ ਤੋਂ ਬਗੈਰ ਤਾਂ ਦਿਲ ਹੀ ਨਹੀਂ ਲੱਗਦਾ। ਸੇਵਾ ਅਤੇ ਸਿਮਰਨ ਦੇ ਵਿੱਚ ਹੀ ਚਿੱਤ ਜੁੜਿਆ ਹੋਇਆ ਹੈ। ਮਾਤਾ ਜੀ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਨੂੰ ਬੇਨਤੀ ਕਰਕੇ ਲਾਹੌਰ ਚੂਨਾਮਣੀ ਗ੍ਰਹਿ ਕੇ ਲਿਆਏ ਨੇ, ਤੇ ਮਨ ਗੁਰੂ ਰਾਮਦਾਸ ਜੀ ਹੈ। ਤੋ ਇਸ ਤਰ੍ਹਾਂ ਇਹ ਮਹਾਰਾਜ ਸੱਚੇ ਪਾਤਸ਼ਾਹ ਜੀਓ, ਮੇਰੇ ਹਿਰਦੇ ਵਿੱਚ ਦਰਸ਼ਨ ਪਿਆਸੀ ਦਿਨ ਰਾਤ, ਚਿਤਵੋਂ ਅਨੁਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਇਹ ਪਾਤਸ਼ਾਹ ਤੇਰੇ ਦਰਸ਼ਨਾਂ ਦੀ ਬੜੀ ਤੇਜ਼ ਪਿਆਸ ਲੱਗੀ ਹੋਈ ਹੈ। ਤਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਜੀਅ ਕੀ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਚੀਵੈ ਪ੍ਰਭ ਨਾਮ ਚ ਤੇਰੇ। ਮਨ ਕੀ ਬਿਰਥਾ ਮਨ ਹੀ ਜਾਣੈ। ਇਹ ਭਾਈ ਮੇਰੇ ਮਨ ਦੀ ਜੋ ਬਿਰਥਾ ਪੀੜਾ ਹੈ, ਉਸ ਹਾਲਤ ਨੂੰ ਮਨ ਹੀ ਜਾਣਦਾ ਹੈ, ਜਾਂ ਮਨ ਦੀ ਜਾਣਨ ਵਾਲੇ ਗੁਰੂ ਸਾਹਿਬ ਜੀ ਜਾਣਦੇ ਹਨ। ਅਵਰ ਕੇ ਜਾਣੈ ਕੋ ਪੀਰ ਪਰਈਆ। ਹੋਰ ਕੋਈ ਪਰਾਈ ਪੀੜਾ ਅੰਦਰੋਂ ਭਲਾ ਕੀ ਜਾਣ ਸਕਦਾ, ਭਾਵ ਨਹੀਂ ਜਾਣ ਸਕਦਾ ਹੈ। ਰਾਮ ਗੁਰ ਮੋਹਨ ਮੋਹਿ ਮਨ ਲਈਆ। ਇਹ ਭਾਈ ਮੋਹ ਲੈਣ ਵਾਲੇ ਸਤਿਗੁਰਾਂ ਨੇ ਮੇਰਾ ਮਨ ਮੋਹਿਤ ਕਰ ਲਿਆ ਹੈ। ਹਉ ਅਕਲ ਬਿਕਲ ਭਈ ਗੁਰ ਦੇਖੇ। ਇਹ ਭਾਈ ਗੁਰੂ ਦੇ ਦਰਸ਼ਨ ਦੇਖ ਕੇ ਮੈਂ ਸੰਸਾਰ ਦੀ ਅਕਲ ਚਤਰਾਈ ਵੱਲੋਂ ਵਿਆਕੁਲ ਹੋ ਗਈ ਹਾਂ। ਹਉ ਲੋਟ ਪੋਟ ਹੋਏ ਪਈਆ। ਤੇ ਮੈਂ ਮੂਰਛਤ ਬੇਸ਼ੁੱਧ ਜਿਹੀ ਹੋਈ ਪਈ ਹਾਂ, ਭਾਵ ਪ੍ਰੇਮ ਦੇ ਵਿੱਚ ਅਸਤ ਵਿਅਸਤ ਹੋਈ ਪਈ ਹਾਂ। ਹਉ ਨਿਰਖ ਰਹਾਉ। ਇੱਥੇ ਗੁਰੂ ਸਾਹਿਬ ਜੀ ਵਿਸ਼ਰਾਮ ਦਿੰਦੇ ਹਨ। ਹਉ ਨਿਰਖਤ ਫਿਰੋ ਸਭ ਦੇਸ ਦੇ ਸੰਤਰ। ਮੈਂ ਸਾਰੇ ਦੇਸ਼ਾਂ ਦੇ ਹੋਰਨਾਂ ਦੇਸ਼ਾਂ ਦੇ ਵਿੱਚ ਸਭ ਥਾਈਂ ਵੇਖਦੀ ਫਿਰਦੀ ਹਾਂ। ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ। ਕਿਉਂਕਿ ਮੇਰੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਨੂੰ ਵੇਖਣ ਦਾ ਬਹੁਤ ਚਾਅ ਉਤਸ਼ਾਹ ਹੈ। ਮਨ ਤਨ ਕਾਟ ਦਿਓ ਗੁਰ ਆਗੈ। ਹੇ ਸਖੀ, ਮੈਂ ਆਪਣੇ ਮਨ ਦਾ ਮਾਣ ਤੇ ਤਨ ਦਾ ਤਾਣ ਕੱਟ ਕੇ ਗੁਰੂ ਦੇ ਅੱਗੇ ਭੇਟਾ ਦੇਣਾ ਕਰਦੀ ਹਾਂ। ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ। ਜਿਸ ਗੁਰੂ ਨੇ ਸਾਰੇ ਰਸਤਿਆਂ ਵਿੱਚੋਂ ਹਰੇ ਭਰੇ ਕਰਨ ਵਾਲੇ ਪਰਮਾਤਮਾ ਦਾ ਭਗਤੀ ਸਹਿਤ ਗਿਆਨ ਦਾ ਰਸਤਾ ਵਿਖਾਉਣਾ ਕੀਤਾ ਹੈ। ਮਹਾਰਾਜ ਕਹਿੰਦੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਬਾਈਐ। ਇਹ ਗੁਰੂ ਅਮਰਦਾਸ ਮਹਾਰਾਜ ਦਾ ਆਨੰਦ ਸਾਹਿਬ ਦੇ ਵਿੱਚ ਹੁਕਮ ਹੈ। ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ। ਆਪਾਂ ਸੋ ਵੈਸੇ ਬਿੰਦੀ ਸਲਿਮ ਜਿਹੀ ਤਾਂ ਲਾ ਸਕਦੇ ਹਾਂ, ਪਰ ਟਿੱਪੀ ਨਹੀਂ ਲਾ ਸਕਦੇ। ਇੱਥੇ ਸੱਸੇ ਉੱਪਰ ਟਿੱਪੀ ਨਹੀਂ ਹੈ, ਇਸ ਲਈ ਸੰਦੇਸਾ ਪੜ੍ਹਨਾ ਬਣਦਾ ਹੈ। ਇਹ ਸਗੀ ਮੈਨੂੰ ਆ ਕੇ ਪਰਮਾਤਮਾ ਦਾ ਕੋਈ ਸੰਦੇਸਾ ਸੁਨੇਹਾ ਦੇਣਾ ਕਰੇ। ਰਿਦ ਅੰਤਰ ਮਨ ਤਨ ਮੀਠ ਲਗਈਆ। ਉਹ ਮੇਰੇ ਹਿਰਦੇ ਵਿੱਚ ਮਨ ਕਰਕੇ ਤਨ ਕਰਕੇ ਮਿੱਠਾ ਪਿਆਰਾ ਲੱਗਦਾ ਹੈ। ਮਸਤਕ ਕਾਟ ਦਿਓ ਚਰਣਾ ਤਲ। ਇਹ ਸਖੀ, ਮੈਂ ਆਪਣਾ ਮੱਥਾ ਹੰਕਾਰ ਰੂਪੀ ਸਿਰ ਕੱਟ ਕੇ ਉਹਦੇ ਚਰਨਾਂ ਦੇ ਹੇਠ ਦੇ ਦੇਵਾਂ, ਭਾਵ ਹੰਕਾਰ ਦੀ ਨਿਮਰਤੀ ਕਰਕੇ
ਅਤਿਅੰਤ ਨਿਮਰਤਾਵਾਨ ਹੋਵਾਂ। ਜੋ ਹਰ ਪ੍ਰਭ ਮੇਲੇ ਮੇਲ ਮਲਈਆ, ਜੋ ਮੈਨੂੰ ਸਤਸੰਗ ਦੇ ਮੇਲ 'ਚ ਮਿਲਾ ਕੇ ਹਰੀ ਭਰੀ ਕਰਨ ਵਾਲੇ ਹਰੀ ਪ੍ਰਮਾਤਮਾ ਨਾਲ ਮੇਲ ਦੇਵੇ। ਚਲ ਚਲ ਸਖੀ ਹਮ ਪ੍ਰਭ ਪਰ ਬੋਧਾ ਹੈ। ਇਹ ਸਖੀ ਚੱਲ ਚੱਲੀਏ ਕਿੱਥੇ? ਅਸਾਂ ਨੂੰ ਗੁਰੂ ਪਰਮਾਤਮਾ ਦੇ ਵਿਸ਼ੇਸ਼ ਕਰਕੇ ਸੋ ਮਹਾਰਾਜ ਜੀ ਜਿਹੜੇ ਸਤਿਗੁਰੂ ਜੀ ਨੇ ਉਹ ਗਿਆਨ ਦੱਸਦੇ ਨੇ, ਅਤੇ ਚੱਲ ਜਾ ਕੇ ਗਿਆਨ ਲੈਣ ਚੱਲੀਏ ਗੁਰਦੁਆਰਾ ਸਾਹਿਬ, ਕਿਉਂਕਿ ਗੁਰੂ ਸਾਹਿਬ ਤਾਂ ਗੁਰਦੁਆਰਾ ਹੀ ਗਿਆਨ ਬਖਸ਼ਦੇ ਹਨ। ਭਾਵੇਂ ਘਰ ਦੇ ਵਿੱਚ ਵੀ ਆਪਾਂ ਨਿਤਨੇਮ ਕਰ ਸਕਦੇ ਹਾਂ, ਪਰ ਗੁਰੂ ਦੇ ਦਰਸ਼ਨ ਤਾਂ ਗੁਰਦੁਆਰੇ ਹੀ ਹੋਣਗੇ। ਤੋ ਇਸ ਵਾਸਤੇ ਜਿੱਥੇ ਮਹਾਰਾਜ ਗਿਆਨ ਵੰਡਦੇ ਪਏ ਨੇ, ਸੱਚਖੰਡ ਹਰਿਮੰਦਰ ਸਾਹਿਬ 24 ਘੰਟਿਆਂ 'ਚੋਂ ਮਸਾਂ ਹੀ 2 ਘੰਟੇ ਕੀਰਤਨ ਬੰਦ ਹੁੰਦਾ ਹੋਊਗਾ, ਅਤੇ ਉਹ ਵੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਸੇਵਾਦਾਰ ਸੇਵਾ ਨਿਭਾਉਂਦੇ ਰਹਿੰਦੇ ਹਨ। ਸਫਾਈ ਕਰਨ ਵਾਸਤੇ ਹੀ ਕੀਰਤਨ ਬੰਦ ਹੁੰਦਾ। ਤੋ ਇਹੋ ਜਿਹੀ ਜਗ੍ਹਾ 'ਤੇ ਚੱਲ ਚੱਲੀਏ। ਆਹ ਹੁਣ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਲੱਗਾ ਹੋਇਆ ਹੈ। ਥਾਂ ਥਾਂ 'ਤੇ ਸੰਤਾਂ ਨੇ, ਮਹਾਂਪੁਰਖਾਂ ਨੇ, ਸੰਸਥਾਵਾਂ ਨੇ ਦੀਵਾਨ ਸਜਾਏ ਹੋਏ ਹਨ ਕਿ ਸੰਗਤਾਂ ਨੂੰ ਕੁਛ ਗੁਰ ਇਤਿਹਾਸ ਦੀ, ਗੁਰਬਾਣੀ ਦੀ ਸੋਝੀ ਆਏ। ਚੱਲ ਕਿਤੇ ਇਹੋ ਜਿਹੀ ਜਗ੍ਹਾ 'ਤੇ ਚੱਲੀਏ ਜਿੱਥੇ ਸਾਨੂੰ ਵਿਸ਼ੇਸ਼ ਕਰਕੇ ਪਰਮਾਤਮਾ ਦੇ ਗਿਆਨ ਦੀ ਸਮਝ ਆਏ, ਜਿੱਥੇ ਗੁਰੂ ਸਾਹਿਬ ਜੀ ਦੱਸਦੇ ਪਏ ਨੇ। ਗੁਣ ਕਾ ਮਨ ਕਰ ਹਰ ਪ੍ਰਭ ਲਹੀਆ। ਮਹਾਰਾਜ ਦੱਸਦੇ ਕਿ ਸ਼ੁਭ ਗੁਣਾ ਰੂਪੀ ਟੂਣਾ ਕਰਕੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਪ੍ਰਤੀ ਨੂੰ ਪ੍ਰਾਪਤ ਕਰ ਲਈਦਾ ਹੈ। ਜਿਸ ਤਰ੍ਹਾਂ ਫਰੀਦ ਬਾਬੇ ਕੋਲ ਇੱਕ ਭੈਣ ਨੇ ਆ ਕੇ ਪੁੱਛਿਆ, ਇਹ ਬਾਬਾ ਜੀ ਮੈਨੂੰ ਕੋਈ ਜਾਦੂ ਟੂਣਾ ਦੱਸੋ। ਮੁਸਲਮਾਨ ਕਾਲੇ ਇਲਮ ਦੇ ਬੜੇ ਮਾਹਰ ਹੁੰਦੇ ਨੇ। ਅਖਬਾਰਾਂ ਦੇ ਵਿੱਚ, ਫੋਨਾਂ ਦੇ ਉੱਪਰ, ਕੰਧਾਂ 'ਤੇ ਐਡਾਂ ਤੁਸੀਂ ਲਿਖੀਆਂ ਹੋਣਗੀਆਂ ਕਿ ਪ੍ਰੇਮ ਦੇ ਵਿੱਚ ਸਫਲਤਾ ਮਿਲੇਗੀ, ਮਨ ਚਾਹੁੰਦਾ ਰਿਸ਼ਤਾ ਤੁਹਾਨੂੰ ਮਿਲੇਗਾ, ਪੈਸਾ, ਵੀਜ਼ਾ, ਬੜਾ ਕੁਝ ਲਿਖਿਆ ਹੁੰਦਾ। ਸਾਡੇ ਕੋਲ ਆਓ, ਸਾਡੇ ਜਾਦੂ ਨੂੰ ਕੋਈ ਕਾਟ ਨਹੀਂ ਕਰ ਸਕਦਾ। ਇਉਂ ਲੋਕਾਂ ਦਾ ਸੁਭਾਅ ਹੈ ਵੀ ਜਾਦੂ ਬਾਬਾ ਜੀ ਮਾਰ ਦੇਵੇ ਅਤੇ ਸਾਨੂੰ ਸਭ ਕੁਝ ਹੀ ਮਿਲ ਜਾਏ। ਜਦੋਂ ਬਾਬੇ ਫਰੀਦ ਨੂੰ ਭੈਣ ਨੇ ਆਖਿਆ ਵੀ ਕੋਈ ਜਾਦੂ ਦੱਸੋ ਬਾਬਾ ਜੀ, ਮੇਰਾ ਘਰ ਵਾਲਾ ਮੇਰੇ ਆਖੇ ਨਹੀਂ ਲੱਗਦਾ, ਤੋ ਜਿਸ ਕਰਕੇ ਉਹ ਮੇਰੇ ਨਾਲ ਲਗਾਵ ਕਰੇ। ਕਮਨ ਸੋ ਅੱਖਰ, ਅੱਖਰ ਹੁੰਦੇ ਨੇ ਜੰਤਰ ਦੇ, ਜਿਹੜੇ ਤਵੀਤ ਜੇ ਬਣਾ ਕੇ ਦਿੰਦੇ ਨੇ ਕਾਗਜ਼ 'ਤੇ ਲਿਖ ਕੇ, ਉਹ ਖਾਨੇ ਜੇ ਬਣਾਏ ਹੋਣਗੇ, ਵਿੱਚ ਊੜਾ ਆੜਾ 'ਚ ਲਿਖਿਆ ਹੋਊਗਾ ਕਮਨ ਸੋ ਅੱਖਰ। ਉਹ ਜੰਤਰ ਦੇ ਅੱਖਰ ਕਿਹੜੇ ਨੇ ਇਹ ਬਾਬਾ ਜੀ? ਕਮਨ ਸੋ ਅੱਖਰ ਕਮਨ ਗੁਣ। ਉਹ ਗੁਣ ਕਿਹੜੇ ਨੇ? ਕਮਨ ਸੋ ਮਣੀਆ ਮੰਤ। ਕਿਹੜਾ ਮੰਤਰ ਮੈਂ ਮਾਰਾਂ? ਕਮਨ ਸੋ ਵੇਸੋ ਹੋ ਕਰੀ। ਕਿਹੜੇ ਰੰਗ ਦੇ ਕੱਪੜੇ ਪਾਵਾਂ ਅਤੇ ਕਿਹੜਾ ਮੈਂ ਫੈਸ਼ਨ ਕਰਾਂ? ਜਿਤ ਵਸ ਆਵੈ ਕੰਤ। ਜਿਹਦੇ ਵੱਲ ਵੇਖ ਕੇ ਮੇਰਾ ਪਤੀ ਮੇਰੇ ਵੱਸ ਵਿੱਚ ਆ ਜਾਏ, ਤੋ ਮੇਰੇ ਆਖੇ ਲੱਗੇ। ਅਤੇ ਬਾਬਾ ਜੀ ਕਹਿੰਦੇ, ਆ ਮੇਰੀ ਭੈਣੇ, ਮੈਂ ਤੁਹਾਨੂੰ ਦੱਸਦਾ ਹਾਂ। ਨਿਮਨ ਸੋ ਅੱਖਰ, ਜਿਹੜਾ ਆਪਦੇ ਪਤੀ ਅੱਗੇ ਸਿਰ ਨਿਵਾ ਕੇ 7 ਬਚਨ ਕਹਿਣਾ ਹੈ, ਆਗਿਆ ਦੇ ਵਿੱਚ ਰਹਿਣਾ ਹੈ, ਨਿਮਰਤਾ ਦੇ ਵਿੱਚ ਰਹਿਣਾ ਹੈ। ਇਹ ਸਭ ਤੋਂ ਵੱਡੇ ਜੰਤਰ ਦੇ ਅੱਖਰ ਨੇ। ਲਿਖ ਕੇ ਲੈ ਜਾ ਇੱਥੋਂ, ਇਹ ਨਿਮਰਤਾ ਰੱਖਣੀ ਹੈ। ਖਮਣ ਗੁਣ, ਜਿਹੜਾ ਗੁੱਸੇ ਵਿੱਚ ਪਤੀ ਕੋਈ ਬੋਲ ਪਏ, ਗੁੱਸਾ ਤਾਂ ਬਗਾਨਿਆਂ ਦਾ ਕਰੀਦਾ, ਆਪਣੇ ਤਾਂ ਉਹਨੂੰ ਸਮਝਾਉਂਦੇ ਨੇ ਜਿਹਦੇ ਨਾਲ ਪਿਆਰ ਹੋਵੇ। ਗਲਤੀ ਜਿਹੜਾ ਦੱਸਦਾ ਉਹ ਮਿੱਤਰ ਹੈ। ਤੋ ਇਸ ਵਾਸਤੇ ਜੇ ਕੋਈ ਗੁੱਸੇ ਵਿੱਚ ਬਚਨ ਆਖਿਆ ਗਿਆ ਤਾਂ ਉਹਨੂੰ ਸਹਾਰ ਲੈਣਾ। ਸਹਾਰਨ ਸ਼ਕਤੀ ਵਾਲਾ ਗੁਣ ਧਾਰਨ ਕਰ। ਜੇ ਆਪਾਂ ਜ਼ਬਾਨ ਲੜਾਵਾਂਗੇ, ਬਰਾਬਰ 'ਤੇ ਸਵਾਲ ਜਵਾਬ ਕਰਾਂਗੇ, ਉਹ ਲੜਾਈ ਅੱਗੇ ਦੀ ਅੱਗੇ ਕੱਚੀ ਲੱਸੀ ਤਰ੍ਹਾਂ ਵੱਧਦੀ ਜਾਊਗੀ। ਫਿਰ ਅੱਗੇ ਦੀ ਅੱਗੇ ਤਲਾਕ ਤੱਕ ਕੰਮ ਪਹੁੰਚ ਸਕਦਾ। ਇਸ ਵਾਸਤੇ ਸਹਾਰਨ ਸ਼ਕਤੀ ਹੋਣੀ ਚਾਹੀਦੀ ਹੈ। ਗੁਰੂਆਂ ਦੇ ਵਿੱਚ ਵੀ ਇਹ ਗੁਣ ਦੇਖਿਆ ਗਿਆ
ਕਿਉਂਕਿ ਇੱਥੇ ਤਰ੍ਹਾਂ ਤਰ੍ਹਾਂ ਦੀ ਦੁਨੀਆ ਨਹੀਂ ਆਉਣਾ ਹੁੰਦਾ, ਜਿਹੜਾ ਮਰਜ਼ੀ ਜੋ ਮਰਜ਼ੀ ਬੋਲ ਪਏ। ਇਹ ਤਾਂ ਨੇਤੀ ਲੜਾਈ ਹੁੰਦੀ ਹੋਊਗੀ, ਲੜ ਕੇ ਤਾਂ ਆਪਾਂ ਇੱਕ ਮਿੰਟ 'ਚ ਜਿੱਥੇ ਮਰਜ਼ੀ ਪਹੁੰਚ ਜਾਈਏ। ਰਹਿਣਾ ਹੀ ਔਖਾ ਹੈ ਬਣਾ ਕੇ ਨਿਮਰਤਾ ਦੇ ਵਿੱਚ, ਕਿਸੇ ਦੀ ਕਈ ਗੱਲ ਨੂੰ ਸਹਾਰ ਜਾਣਾ। ਉਹ ਜਣੇ ਫਿਰ ਕੀ ਬੋਲ ਗਿਆ ਤਾਂ ਬੋਲ ਗਿਆ ਸੀ, ਖਾ ਪੀ ਕੇ ਉੱਤੋਂ ਦੀ ਪਾਣੀ ਪੀ ਕੇ ਡਕਾਰ ਮਾਰੋ ਗਾਂ ਜਾਓ, ਨਹੀਂ ਤਾਂ ਰਾਤ ਨੂੰ ਸੌਵੋਗੇ ਨਹੀਂ। ਤੋ ਪਹਿਲਾਂ ਗੁੱਸਾ ਗੱਸਾ ਹੁੰਦਾ ਸੀ, ਹੁਣ ਤਾਂ ਸਿਰ ਦੇ ਉੱਪਰ ਦੀ ਲੰਘਦੀਆਂ। ਤੋ ਇਸ ਵਾਸਤੇ ਮਹਾਰਾਜ ਨੂੰ ਜਦ ਗੁਰਤਾ ਗੱਦੀ ਦੀ ਚੋਣ ਕਰਨੀ ਹੁੰਦੀ ਤੇ ਗੁਣ ਜ਼ਰੂਰ ਪਾਤਸ਼ਾਹ ਵੇਖਦੇ। ਕਹੋ ਨਾਨਕ ਅਜਰ ਜਿਨ ਜਰਿਆ ਤਿਸੀ ਹੀ ਕੋ ਬਨ ਆਵਤ। ਜਿਹੜਾ ਜਰਨ ਸ਼ਕਤੀ ਹੈ ਇਹ ਬਹੁਤ ਵੱਡਾ ਗੁਣ ਹੈ ਇਨਸਾਨ ਦੇ ਵਿੱਚ। ਵਿਗਾੜਨ ਨੂੰ ਇੱਕ ਸਕਿੰਟ ਨਹੀਂ ਲੱਗਦਾ, ਪਰ ਬਣਾਉਣ ਨੂੰ ਸਾਲਾਂ ਸਾਲ ਲੱਗ ਜਾਂਦੇ ਨੇ। ਇਸ ਲਈ ਘੱਟ ਤੋਂ ਘੱਟ ਜੇ ਤੁਹਾਡਾ ਮਨ ਗੁੱਸੇ 'ਚ ਹੈ ਅਤੇ ਜ਼ਬਾਨ ਨਾ ਕਿਸੇ ਨਾਲ ਵਿਗਾੜੋ। ਕਹੀ ਹੋਈ ਗੱਲ ਹਮੇਸ਼ਾ ਯਾਦ ਰਹਿੰਦੀ ਹੈ। ਬੋਲੀ ਤਾਂ ਕਹਿੰਦੇ ਪੱਥਰ ਵੀ ਪਾੜ ਦਿੰਦੀ ਹੈ। ਤੋ ਇਸ ਵਾਸਤੇ ਨਿਮਰਤਾ ਅਤੇ ਸਹਾਰਨ ਸ਼ਕਤੀ ਬਹੁਤ ਵੱਡਾ ਗੁਣ ਹੈ। ਜੇਹਬਾ ਮਣੀਆ ਮੰਤ, ਅਤੇ ਸਭ ਤੋਂ ਸ਼੍ਰੋਮਣੀ ਮੰਤਰ ਕਿਹੜਾ ਹੈ? ਜ਼ਬਾਨ ਦੇ ਨਾਲ ਮਿੱਠਾ ਬੋਲਣ, ਨਿਵ ਚੱਲਣ, ਹੱਥੋਂ ਦੇ ਕੇ ਭਲਾ ਮਨਾਏ। ਜੇਹਬਾ ਮਣੀਆ ਮੰਤ, ਇਹ ਤ੍ਰੈ ਭੈਣੇ ਵੇਸ ਕਰ। ਇੱਕ ਤਾਂ ਨਿਉ ਕੇ ਰਹਿਣਾ, ਦੂਜਾ ਸਹਾਰ ਲੈਣਾ ਕਿਸੇ ਦੀ ਕਈ ਗੱਲ ਨੂੰ। ਜਦ ਆਪਦੀ ਚਲਾਉਣੀ ਉਦੋਂ ਆਪਦੀ ਵੀ ਚਲਾ ਸਕਦੇ। ਜਦੋਂ ਦੂਜਾ ਗੁੱਸੇ 'ਚ ਉਦੋਂ ਚੁੱਪ ਕਰ ਜਾਏ, ਜਦੋਂ ਚੁੱਪ ਕਰ ਗਿਆ ਵੇਖਿਆ ਵੀ ਇਹ ਠੰਡਾ ਹੋ ਗਿਆ, ਫਿਰ ਉਹਨੂੰ ਚੰਗੀ ਤਰ੍ਹਾਂ ਸਮਝਾ ਵੀ ਦੇ ਵੀ ਇੰਝ ਨਹੀਂ ਇੰਝ ਸੀਗਾ, ਆਪਦਾ ਪੱਖ ਹੀ ਪੇਸ਼ ਕਰਨਾ। ਤੋ ਇਸ ਲਈ ਜ਼ਬਾਨ ਦੇ ਨਾਲ ਜੋ ਮਿੱਠਾ ਬਚਨ ਬੋਲਣਾ ਹੈ ਇਹ ਸਭ ਤੋਂ ਸ਼੍ਰੋਮਣੀ ਮੰਤਰ ਹੈ। ਇਹ ਤ੍ਰੈ ਭੈਣੇ ਵੇਸ ਕਰ। ਇਹ ਮੇਰੀਏ ਭੈਣੇ, ਇਹ ਸਿੱਖਿਆ ਨਹੀਂ ਹੋਣੀ ਚਾਹੀਦੀ ਮਾਵਾਂ ਦੀ ਭਰਾਵਾਂ ਦੀ। ਭੈਣ ਛੱਡ ਦੇ ਸਹੁਰਾ ਘਰ ਅਤੇ ਆ ਜਾ ਤੂੰ ਸਾਡੇ ਘਰ। ਅਤੇ ਸਭ ਤੋਂ ਜ਼ਿਆਦਾ 100 ਵਿੱਚੋਂ 99 ਤਲਾਕ ਮਾਂ ਦੀ ਵਜ੍ਹਾ ਨਾਲ ਅਤੇ ਭਰਾਵਾਂ ਦੀ ਵਜ੍ਹਾ ਨਾਲ ਹੁੰਦੇ ਨੇ। ਤੋ ਜੇ ਬੀਬੀਆਂ ਚਾਹੁਣ ਵੀ, ਮੈਂ ਵੇਖਿਆ ਵੀ ਇਹ ਫੈਸਲੇ ਹੁੰਦੇ, ਬੀਬੀ ਦਾ ਮਨ ਹੁੰਦਾ ਜਿੱਥੇ ਬੰਦਾ ਸਾਲਾਂ ਸਾਲ ਰਿਹਾ ਹੋਏ ਕੁਛ ਨਾ ਕੁਛ ਤਾਂ ਮਨ ਹੁੰਦਾ, ਅਤੇ ਪਰ ਮਾਂ ਅਤੇ ਭਰਾ ਪੇਸ਼ ਨਹੀਂ ਜਾਣ ਦਿੰਦੇ, ਰਿਸ਼ਤੇਦਾਰ ਜੋ ਦਾਦੀਆਂ ਪੁਰਾਣੀਆਂ। ਤੋ ਇਸ ਵਾਸਤੇ ਮੈਨੂੰ ਮਾਫ਼ ਕਰਨਾ, ਇਹ ਸਭ ਕੁਛ ਦੁਨੀਆ ਦੇ ਵਿੱਚ ਵਾਪਰਦਾ ਹੈ। ਆਪਾਂ ਬਾਣੀ ਪੜ੍ਹਦੇ ਨਹੀਂ, ਸੁਣਦੇ ਨਹੀਂ। ਜੇ ਪੜ੍ਹੀਏ ਸੁਣੀਏ ਸਾਡਾ ਸਮਾਜਿਕ ਜੋ ਕਾਰ ਵਿਹਾਰ ਹੈ, ਦੁਨਿਆਵੀ ਜੋ ਗ੍ਰਸਤਪੁਣੇ ਦਾ ਕਾਰਜ ਵੀ ਸਿੱਧ ਹੁੰਦਾ ਹੈ। ਜੇ ਸਾਰੀ ਦੁਨੀਆ ਗੁਰੂ ਗ੍ਰੰਥ ਸਾਹਿਬ ਮੰਨ ਲਏ, ਮਹਾਰਾਜ ਨੂੰ ਗੁਰੂ ਧਾਰਨ ਕਰ ਲਏ, ਤਾਂ ਜਿਹੜਾ ਸਾਧ ਸੰਗਤ ਜੀ ਉਹ ਵੱਡ ਵਾਰ ਹੋਣ ਵਾਲੀ ਹੈ ਇਹ ਬੰਦ ਹੋ ਸਕਦੀ ਹੈ। ਯੁੱਧ ਨਹੀਂ ਹੋਵੇਗਾ, ਕਿਸੇ ਘਰ 'ਚ ਲੜਾਈ ਨਹੀਂ ਹੋਏਗੀ, ਸ਼ਾਂਤੀ ਹੋ ਜਾਏਗੀ। ਪਰ ਆਪਾਂ ਬਾਬੇ ਫਰੀਦ ਨੂੰ ਕਦੀ ਪੜ੍ਹਿਆ ਸੁਣਿਆ ਨਹੀਂ। ਇਹ ਤੇਰੇ ਭੈਣੇ ਵੇਸ ਕਰ, ਮੇਰੀਏ ਭੈਣੇ ਤੂੰ ਆਪਦੇ ਘਰ ਸਹੁਰੇ ਘਰ ਰਹਿ। ਇਹ 3 ਗੱਲਾਂ ਧਾਰਨ ਕਰ ਲਾ ਤਾਂ ਵਸਿਆ ਵੀ ਕੰਤ, ਤਾਂ ਤੇਰਾ ਪਤੀ ਤੇਰੇ ਅਧੀਨ, ਤੇਰੇ ਵਸੀਕਾਰ ਹੋ ਜਾਏਗਾ। ਮਤਲਬ ਕਹਿਣ ਦਾ ਕਿ ਸਹਿਮਤੀ ਪ੍ਰਗਟਾਏਗਾ। ਇਸ ਲਈ ਪਾਤਸ਼ਾਹ ਬਾਬਾ ਫਰੀਦ ਸਾਹਿਬ ਜੀ ਉਹਦੇ ਮੁਤਾਬਕ ਇਹ ਗੁਰੂ ਰਾਮਦਾਸ ਮਹਾਰਾਜ ਜੀ ਇਸੇ ਪ੍ਰਕਰਨ ਜੀ ਦੱਸ ਰਹੇ ਹਨ। ਚੱਲ ਚੱਲ ਚਾਲ ਚੱਲ ਸਖੀ ਹਮ ਪ੍ਰਭ ਪਰ ਬੋਧਾ ਹੈ। ਆ ਸਖੀ ਆ ਮੇਰੀਏ ਭੈਣੇ, ਮੈਂ ਤੈਨੂੰ ਗੁਰਦੁਆਰੇ ਲੈ ਕੇ ਜਾਵਾਂ। ਪਖੰਡੀ ਸਾਧਾਂ ਦੇ ਕੋਲ ਜਾ ਕੇ ਤਾਂ ਮਨ ਵਿਗੜਦਾ ਹੈ, ਜੀਵਨ ਵਿਗੜ ਜਾਂਦਾ ਹੈ। ਲੋਕ ਤਾਂ ਮਜਬੂਰੀ ਦਾ ਫਾਇਦਾ ਉਠਾ ਕੇ ਘਰ ਬਾਹਰ ਲੁੱਟ ਲੈਂਦੇ ਨੇ। ਕਿਤੇ ਜਾਦੂ ਟੂਣੇ ਵਾਲੇ ਪਾਸੇ ਨਾ, ਪੁੱਠੇ ਪਾਸੇ ਨਾ ਚੱਲ ਪਈ ਮੇਰੀਏ ਭੈਣੇ, ਚੱਲ ਚੱਲ ਮੈਂ ਤੈਨੂੰ ਗੁਰਦੁਆਰੇ ਲੈ ਕੇ ਜਾਵਾਂ ਜਿੱਥੇ ਪ੍ਰਭੂ ਦੀ ਪ੍ਰਾਪਤੀ ਦਾ ਗਿਆਨ ਪ੍ਰਾਪਤ ਹੁੰਦਾ ਹੈ। ਕਿ ਜਿਵੇਂ ਸੋ ਇਹ ਤਾਂ ਦੁਨਿਆਵੀ ਸਿੱਖਿਆ ਪਤੀ ਦੀ, ਅਸਲ 'ਚ ਵਾਹਿਗੁਰੂ ਪਤੀ ਹੈ। ਅਤੇ ਉਹ ਕਿਹੜੇ ਗੁਣਾਂ ਨਾਲ ਵਸ 'ਚ ਆਉਂਦਾ, ਕਿਹੜੇ ਟੂਣੇ ਨਾਲ ਵਸ 'ਚ ਆਉਂਦਾ ਹੈ? ਗੁਣ ਕਾ ਮਨ ਕਰ ਹਰ ਪ੍ਰਭ ਲਹੀਆ। ਜਿਹੜਾ ਹਰੀਪਤੀ ਹੈ ਇਹ ਸ਼ੁਭ ਗੁਣਾਂ ਦੇ ਟੂਣੇ ਨਾਲ ਵਸ ਵਿੱਚ ਆਉਂਦਾ ਹੈ। ਸ਼ੁਭ ਗੁਣਾਂ ਦਾ ਟੂਣਾ ਇਹੀ ਹੈ ਕਿ ਨਿਮਨ ਸੁਅੱਖਰ ਖਮਣ ਗੁਣ, ਜੇਬਾ ਮਣੀਆਂ ਮੰਦ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਦ।
ਸੋ ਵਾਹਿਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਵੀ ਇਹਨਾਂ ਗੁਣਾਂ ਦੇ ਨਾਲ ਹੁੰਦੀ ਹੈ। ਭਗਤ ਵਛਲ ਆਕੋ ਨਾਮ ਕਹੀਅਤ ਹੈ। ਇਹ ਮੇਰੀਏ ਭੈਣੇ, ਇਹ ਸਖੀਏ, ਉਸ ਪਰਮਾਤਮਾ ਦਾ ਜਿਹੜਾ ਨਾਮ ਹੈ ਭਗਤੀ ਕਰਨ ਵਾਲਿਆਂ ਨਾਲ ਪਿਆਰ ਕਰਨ ਵਾਲਾ ਆਖੀਦਾ ਹੈ। ਜਿਹੜੇ ਭਗਤੀ ਕਰਦੇ ਨੇ ਵਾਹਿਗੁਰੂ ਉਹਨਾਂ ਨੂੰ ਪਿਆਰ ਕਰਦਾ ਹੈ। ਸਾਰਨ ਪ੍ਰਭੂ ਤਿਸਾ ਪਾਛੈ ਪਈਆ। ਇਸ ਲਈ ਜੋ ਸੰਤ ਜਨ ਉਸ ਪ੍ਰਭੂ ਪਤੀ ਦੀ ਓਟ ਵਿੱਚ ਪਏ ਨੇ, ਮੈਂ ਉਹਨਾਂ ਦੇ ਪਿੱਛੇ ਭਾਵ ਉਹਨਾਂ ਦੀ ਸ਼ਰਨ 'ਚ ਪਈ ਹਾਂ ਜਾਂ ਉਹਨਾਂ ਦੀ ਸ਼ਰਨ ਦੇ ਪਿੱਛੇ ਪੈਣਾ ਕਰੀਏ। ਖਿਮਾ ਸਿਗਾਰ ਕਰੇ ਪ੍ਰਭ ਖੁਸ਼ੀਆਂ। ਜੇਕਰ ਖਿਮਾ ਰੂਪੀ ਸ਼ਿੰਗਾਰ ਕਰੇ ਤਦੋਂ ਪਰਮਾਤਮਾ ਪਤੀ ਦੀ ਖੁਸ਼ੀ ਹੁੰਦੀ ਹੈ। ਮਨ ਦੀਪਕਾ ਗੁਰ ਗਿਆਨ ਬਲਈਆ। ਅਤੇ ਮਨ ਹਿਰਦੇ ਵਿੱਚ ਗੁਰਾਂ ਦਾ ਗਿਆਨ ਰੂਪੀ ਦੀਵਾ ਬਲ ਜਾਂਦਾ, ਪ੍ਰਕਾਸ਼ ਹੁੰਦਾ ਹੈ। ਰਸ ਰਸ ਭੋਗ ਕਰੇ ਪ੍ਰਭ ਮੇਰਾ। ਫਿਰ ਮੇਰਾ ਪਰਮਾਤਮਾ ਪ੍ਰੇਮ ਰੂਪ ਤਦਾਕਾਰ ਹੋ ਕੇ ਆਨੰਦ ਦੇਣਾ ਕਰਦਾ ਹੈ। ਹਮ ਤਿਸ ਆਗੈ ਜੀਉ ਕਟ ਕਟ ਪਈਆ। ਫਿਰ ਮੈਂ ਉਸ ਪ੍ਰਭੂ ਦੇ ਅੱਗੇ ਆਪਣੀ ਜ਼ਿੰਦਗੀ ਹੀ ਕੱਟ ਕੱਟ ਕੇ ਪੈਂਦੀ ਹਾਂ। ਭਾਵ ਸੂਖਮ ਅਸਤੂਲ ਦੇਹ ਦੇ ਅਭਿਮਾਨ ਨੂੰ ਮੇਟ ਕੇ ਨਿਮਰਤਾ ਦੇ ਸਹਿਤ ਉਸ ਦੇ ਚਰਨੀ ਲੱਗਦੀ ਹਾਂ। ਹਰ 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 ਕੰਠ ਹੈ ਬਨਿਆ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਦਰਸ਼ਨ ਹਰ ਦੇਖਣ ਕਹਿ ਤਾਈ। ਇਹ ਸਖੀ ਹਰ ਹਰ ਨਾਮ ਉਚਾਰਨ ਰੂਪ ਗਲੇ 'ਚ ਹਾਰ ਬਣਿਆ ਹੋਇਆ ਹੈ। ਮਨ ਮੋਤੀ ਚੂਰਾ ਵਡ ਗਹਨ ਗਹਨਈਆ। ਹਰ ਜੋ ਮਨ ਦਾ ਮਾਨ ਮੇਟ ਕੇ ਸ਼ੁੱਧ ਕਰ ਲੈਣਾ ਹੈ, ਇਹ ਗਿਆਨੀਆਂ ਵਿੱਚੋਂ ਸਿਰ ਤੇ ਪਹਿਰਨ ਦਾ ਵੱਡਾ ਗਹਿਣਾ ਹੈ। ਜਾਂ ਜਿਸ ਮਨ ਦਾ ਪਕੜਨਾ ਕਠਿਨ ਹੈ, ਉਹਦੀ ਅਭਿਮਾਨ ਨੂੰ ਮੋਤੀ ਦੀ ਤਰ੍ਹਾਂ ਵੈਰਾਗ ਧਾਰਨ ਕਰਕੇ ਚੂਰ ਚੂਰ ਕਰ ਦਈਦਾ ਹੈ। ਹਰ ਹਰ ਸ਼ਰਦਾ ਸੇਜ ਵਿਛਾਈ। ਮੈਂ ਹਰੇ ਭਰੇ ਕਰਨ ਵਾਲੇ ਹਰੀ ਪ੍ਰਭੂ ਦੀ ਜਾਂ ਪ੍ਰਭੂ ਦੀ ਪ੍ਰਾਪਤੀ ਵਾਸਤੇ ਸਰਦਾ ਸੇਜ ਵਿਛਾਈ, ਸ਼ਰਧਾ ਰੂਪੀ ਸੇਜਾ ਵਿਛਾਉਣਾ ਕੀਤੀ ਹੈ। ਪ੍ਰਭ ਛੋੜ ਨ ਸਕੈ ਬਹੁਤ ਮਨ ਭਈਆ। ਹੁਣ ਮੈਂ ਪ੍ਰਭੂ ਪ੍ਰਤੀ ਨੂੰ ਛੱਡ ਨਹੀਂ ਸਕਦੀ, ਕਿਉਂਕਿ ਹਰੀ ਮੇਰੇ ਮਨ ਵਿੱਚ ਬਹੁਤ ਚੰਗਾ ਲੱਗਿਆ ਹੈ। ਕਹੈ ਪ੍ਰਭ ਅਵਰ ਅਵਰ ਕਿਛ ਕੀਜੈ। ਪਰਮਾਤਮਾ ਪਤੀ ਕਹਿੰਦਾ ਕੁਝ ਹੋਰ ਹੈ, ਪਰ ਜੀਵ ਕੁਝ ਹੋਰ ਹੀ ਕਰਦੇ ਪਏ ਹਨ। ਭਾਵ ਪ੍ਰਭੂ ਗੁਨਾਹਾਂ ਨੂੰ ਤਿਆਗਣ ਵਾਸਤੇ ਆਂਦਾ ਹੈ, ਪਰ ਜੀਵ ਗੁਨਾਹਾਂ ਦੇ ਵਿੱਚ ਗਰਸੀ ਜਾ ਰਿਹਾ ਹੈ। ਆਪਾਂ ਸਹੁੰ ਹੀ ਪਾਈ ਹੋਈ ਹੈ ਵੀ ਆਖੇ ਨਹੀਂ ਲੱਗਣਾ। ਉਂਝ ਜਿੰਨਾ ਮਰਜ਼ੀ ਮੱਥਾ ਜਪ ਤਪ ਰੂਪੀ ਸ਼ਿੰਗਾਰ ਕੀਤਾ ਹੈ। ਪ੍ਰਭ ਲਿਓ ਸੁਹਾਗਨ ਥੂਕ ਮੁਖ ਪਈਆ। ਪਰ ਮਹਾਤਮਾ ਰੂਪੀ ਸੁਹਾਗ ਮੰਦੀਆਂ ਨੇ ਹੀ ਪਰਮੇਸ਼ਰ ਪ੍ਰਤੀ ਨੂੰ ਲੈਣਾ ਕੀਤਾ ਹੈ, ਜਾਂ ਉਹਦੇ ਆਨੰਦ ਨੂੰ ਪ੍ਰਾਪਤ ਕੀਤਾ ਹੈ। ਅਤੇ ਮਨਮੁਖ ਰੂਪ ਦੁਹਾਗਣਾਂ ਦੇ ਮੂੰਹ ਉੱਪਰ ਲਾਹਣ ਦਾ ਰੂਪੀ ਥੁੱਕ ਹੀ ਪੈਂਦਾ ਹੈ। ਹਮ ਚੇਰੇ ਤੋਂ ਆਗਮ ਗੁਸਾਈ। ਇਹ ਪਰਮਾਤਮਾ ਅਸੀਂ ਤੇਰੀਆਂ ਦਾਸੀਆਂ ਦੀ ਨਿਆਈ ਆ। ਤੂੰ ਗਮਤਾ ਤੂੰ ਰਹਿਤ ਸਾਡਾ ਗੁਸਾਈ ਮਾਲਕ ਹੈ। ਕਿਆ ਹਮ ਕਰ ਹੈ ਤੇਰਾ ਵਸ ਪਈਆ। ਅਸੀਂ ਕੀ ਕਰ ਸਕਦੀਆਂ, ਅਸੀਂ ਤਾਂ ਤੇਰੇ ਅਧੀਨ ਹੋਈਆਂ ਪਈਆਂ ਹਾਂ। ਦਇਆ ਦੀਨ ਕਰੋ ਰੱਖ ਲੇਵਹੁ। ਇਹ ਪਰਮਾਤਮਾ ਮੈਂ ਗਰੀਬ ਉੱਪਰ ਆਪਣੀ ਮਿਹਰ ਕਰ ਤੇ ਸੰਸਾਰ ਸਮੁੰਦਰ 'ਚ ਡੁੱਬਣ ਤੋਂ ਬਚਾ ਕੇ ਰੱਖ ਲੈਣਾ ਕਰ। ਨਾਨਕ ਹਰ ਗੁਰ ਸਰਣ ਸਮਈਆ। ਗੁਰੂ ਸਾਹਿਬ ਜੀ ਕਥਨ ਕਰਦੇ ਕਿ ਵੱਡੇ ਪ੍ਰਭੂ ਹੇ ਹਰੀ ਤੇਰੇ ਸਰੂਪ ਗੁਰੂ ਜੀ ਦੀ ਓਟ ਦੇ ਵਿੱਚ ਅਸੀਂ ਸਮਾਏ ਹੋਏ ਹਾਂ। ਬਿਲਾਵਲ ਮਹੱਲਾ ਚੌਥਾ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਿਲਾਵਲ ਰਾਗ ਵਿੱਚ ਸ਼ੋਭਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ। ਇਹ ਸਖੀ ਮੇਰੇ ਹਿਰਦੇ ਤੇ ਸਰੀਰ ਰੋਮ ਰੋਮ 'ਚ
ਬੇਅੰਤ ਮਾਲਕ ਪ੍ਰਭੂ ਦਾ ਪ੍ਰੇਮ ਪਿਆਰ ਲੱਗਾ ਹੋਇਆ ਹੈ। ਖਿਨ ਖਿਨ ਸ਼ਰਦਾ ਮਨ ਬਹੁਤ ਉਠਈਆ। ਮੇਰੇ ਮਨ ਮੇਰੇ ਹਿਰਦੇ 'ਚ ਖਿਨ ਖਿਨ ਕਾਲ ਕਰਕੇ ਬਹੁਤ ਸ਼ਰਧਾ ਉੱਠ ਰਹੀ ਹੈ। ਗੁਰ ਦੇਖੇ ਸ਼ਰਧਾ ਮਨ ਪੂਰੀ। ਗੁਰੂ ਨੂੰ ਵੇਖ ਕੇ ਮੇਰੇ ਮਨ ਦੀ ਸਾਰੀ ਸ਼ਰਧਾ ਪੂਰੀ ਹੋ ਗਈ ਹੈ। ਜਿਉ ਚਾਤਰ ਕਾ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ। ਜਿਵੇਂ ਬੱਦਲ ਆਏ ਤੋਂ ਬਬੀਹਾ ਪ੍ਰਿਉ ਪ੍ਰਿਉ ਸ਼ਬਦ ਉਚਾਰਦਾ ਹੋਵੇ ਤੇ ਉਹਦੇ ਮੂੰਹ ਵਿੱਚ ਸਵੰਤੀ ਬੂੰਦ ਆ ਕੇ ਪੈ ਜਾਏ ਤਾਂ ਉਹ ਨਿਹਾਲ ਹੋ ਜਾਂਦਾ ਹੈ। ਤਿਵੇਂ ਬਬੀਹੇ ਦੀ ਤਰ੍ਹਾਂ ਮੇਰਾ ਚਿੱਤ ਪਿਰੀ ਪਿਰੀ ਸ਼ਬਦ ਉਚਾਰ ਰਿਹਾ ਸੀ ਤੇ ਗੁਰੂ ਰੂਪੀ ਬੱਦਲ ਨੇ ਅਭੇਦ ਨਿਸ਼ਚੇ ਰੂਪ ਜਾਂ ਦਰਸ਼ਨ ਰੂਪ ਬੂੰਦ ਸਾਡੇ ਹਿਰਦੇ ਨੂੰ ਮੂੰਹ 'ਚ ਪਾਉਣਾ ਕੀਤੀ ਹੈ। ਮੈਲ ਮੈਲ ਸਖੀ ਹਰ ਕਥਾ ਸੁਨਈਆ। ਇਹ ਮਹਾਤਮਾ ਰੂਪ ਸਹੇਲੀ ਮੈਨੂੰ ਮਿਲ ਮਿਲ ਕੇ ਹਰੀ ਪ੍ਰਭੂ ਦੀ ਸਰੂਪ ਰੂਪੀ ਤਟਸਥੀ ਲਕਸ਼ਣਾਂ ਵਾਲੀ ਕਥਾ ਸੁਣਾਉਣਾ ਕਰ। ਸਤਿਗੁਰ ਦਇਆ ਕਰੇ ਪ੍ਰਭ ਮਿਲੇ। ਇਹ ਸਖੀ ਸਤਿਗੁਰੂ ਜੀ ਆਪਣੀ ਮਿਹਰ ਕਰਕੇ ਮੈਨੂੰ ਪ੍ਰਭੂ ਪਤੀ ਦੇ ਨਾਲ ਮੇਲ ਦਿੰਦੇ ਹਨ। ਤਿਸ ਆਗੈ ਸਿਰ ਕੱਟ ਕੱਟ ਪਈਆ। ਜਿਹੜਾ ਮੈਨੂੰ ਪਤੀ ਪਰਮਾਤਮਾ ਨਾਲ ਮਿਲਾ ਦੇਵੇ ਮੈਂ ਤਿੰਨਾਂ ਗੁਰਾਂ ਦੀ ਅੱਗੇ ਆਪਣਾ ਹੰਕਾਰ ਰੂਪ ਸਿਰ ਕੱਟ ਕੱਟ ਕੇ ਉਹਨਾਂ ਦੀ ਚਰਨੀ ਪੈਂਦੀ ਹਾਂ। ਵਿਸ਼ਰਾਮ ਦੇ ਕਰ ਫਰਮਾਉਂਦੇ ਨੇ। ਰੋਮ ਰੋਮ ਮਨ ਤਨ ਇੱਕ ਬੇਦਨ। ਇਹ ਸਖੀ ਮੇਰੇ ਮਨ ਹਿਰਦੇ ਤੇ ਤਨ ਸਰੀਰ ਤੇ ਰੋਮ ਰੋਮ ਦੇ ਵਿੱਚ ਇੱਕ ਵਿਛੋੜੇ ਦੀ ਪੀੜਾ ਲੱਗ ਰਹੀ ਹੈ। ਮੈਂ ਪ੍ਰਭ ਦੇਖੇ ਬਿਨਾ ਨੀਂਦ ਨਾ ਪਈਆ। ਮੈਨੂੰ ਪ੍ਰਭੂ ਪਤੀ ਨੂੰ ਦੇਖੇ ਤੋਂ ਬਿਨਾ ਪ੍ਰਤੱਖ ਜਾਂ ਸ਼ਾਂਤੀ ਰੂਪ ਜਾਂ ਇਕਾਗਰਤਾ ਸਮਾਧੀ ਰੂਪ ਨੀਂਦ ਨਹੀਂ ਪੈਂਦੀ ਹੈ। ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ। ਮੇਰੀ ਅੰਤਰ ਵੇਦਨ ਗੁਰ ਬਿਰਹੋਂ ਲਗਾਵੇ। ਸੋ ਮਹਾਰਾਜ ਦੇ ਦਰਸ਼ਨਾਂ ਤੋਂ ਬਗੈਰ ਮੇਰੇ ਅੱਖਾਂ ਦੇ ਵਿੱਚ ਨੀਂਦਰ ਨਹੀਂ ਪੈਂਦੀ ਹੈ। ਵੈਦ ਕਾ ਨਾਟਕ ਦੇਖ ਭੁਲਾਨੇ। ਜੋ ਵੈਦ ਹੈ ਉਹ ਨਾੜੀਆਂ ਨੂੰ ਵੇਖ ਕਰਕੇ ਭੁੱਲੇ ਹੋਏ ਹਨ। ਮੈਂ ਹਿਰਦਾ ਮਨ ਤਨ ਪ੍ਰੇਮ ਪੀਰ ਲਗਈਆ। ਪਰ ਮੇਰੇ ਹਿਰਦੇ ਤੇ ਮਨ ਤਨ ਵਿੱਚ ਪ੍ਰਭੂ ਪਤੀ ਦੇ ਪਿਆਰ ਦੀ ਪੀੜਾ ਲੱਗੀ ਹੋਈ ਹੈ। ਬਿਮਾਰੀ ਤਾਂ ਕੋਈ ਨਹੀਂ ਹੈ। ਸ੍ਰੀ ਗੁਰੂ ਰਾਮਦਾਸ ਜੀ ਨੂੰ ਮਾਤਾ ਜੀ ਲਾਹੌਰ ਆਪ ਦੇ ਘਰ ਲੈ ਆਏ। ਮਨ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ। ਹੁਣ ਵੈਦ ਕੀ ਆਖੂਗਾ? ਬਿਮਾਰੀ ਹੋਊਗੀ ਤਾਂ ਦੱਸੂਗਾ। ਤੇ ਉਹ ਨਬਜ਼ ਵੇਖ ਕੇ ਬਿਮਾਰੀ ਲੱਭਦਾ ਪਿਆ। ਬਿਮਾਰੀ ਹੋਏ ਤਾਂ ਹੀ ਨਬਜ਼ ਵਿੱਚੋਂ ਲੱਭੇ। ਹਿਰਦੇ 'ਚ ਤਾਂ ਗੁਰੂ ਅਮਰਦਾਸ ਦੇ ਦਰਸ਼ਨਾਂ ਦੀ ਪੀੜਾ ਵਸ ਰਹੀ ਹੈ। ਮਿਲਣਾ ਤਾਂ ਉਹਨਾਂ ਨੂੰ ਚਾਹੁੰਦੇ ਆ ਤੇ ਇਸ ਲਈ ਵੈਦ ਕੀ ਕਰਨਗੇ? ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਹ। ਭੋਲਾ ਵੈਦ ਨਾ ਜਾਣਈ ਕਰਕ ਕਰੇ ਜੇ ਮਾਹੇ। ਅਸਲ 'ਚ ਜਿਹੜੇ ਡਾਕਟਰ ਹੁੰਦੇ ਨੇ ਖਾਸ ਕਰਕੇ ਜੇਲ੍ਹਾਂ ਦੇ ਵਿੱਚ ਜਾਂਦੇ ਹਨ ਉਹ ਇਕੱਲੀ ਦਵਾਈ ਹੋਈ ਨਹੀਂ ਦਿੰਦੇ। ਆਮ ਕਹਾਵਤ ਹੈ ਭਈ ਕਈ ਵਾਰ ਸਵਾਹ ਦੀ ਪੁੜੀ ਨਾਲ ਵੀ ਆਰਾਮ ਆ ਜਾਂਦਾ। ਜਿਹੜਾ ਰੋਗੀ ਹੈ ਉਹਨੂੰ ਦੱਸੋ ਨਾ, ਆਖੋ ਵੀ ਇਹ ਦਵਾਈ ਹੈ, ਦਿਓ ਕੁਛ ਵੀ ਨਾ। ਖਾਸ ਕਰਕੇ ਨਸ਼ੇ ਛੱਡਣ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਭਾਵੇਂ ਮੈਂ ਕਈਆਂ ਤੋਂ ਸੁਣਿਆ ਵੀ ਉਹ ਜਿਹੜੀਆਂ ਚੰਗੀਆਂ ਚੀਜ਼ਾਂ ਖੰਡ ਆਦਿਕ ਤੇ ਉਹੀ ਵਿੱਚ ਕੁਛ ਹੋਰ ਪਾ ਕੇ, ਜਿਸ ਤਰ੍ਹਾਂ ਮੰਨ ਲਓ ਜਵੈਣ ਹੈ ਜਾਂ ਸੌਂਫ ਹੈ ਜਾਂ ਲਾਚੀ ਆਦਿਕ ਹੈ, ਅਤੇ ਕਈਆਂ ਨੂੰ ਮੈਂ ਸਲਾਹ ਦਿੱਤੀ ਆ ਬੱਬਲ ਗਮ ਹੀ ਖਾਈ ਜਾਓ। ਮਤਲਬ ਜਿਨ੍ਹਾਂ ਦਾ ਮੂੰਹ ਮਾਰਨ ਦਾ ਆਦਤ ਉਹ ਜਾਂਦੀ ਨਹੀਂ, ਤੰਬਾਕੂ ਖਾਈ ਜਾਂਦੇ ਨੇ, ਵੀ ਘੱਟੋ ਘੱਟ ਬੰਦਾ ਨਸ਼ੇ ਤੋਂ ਤਾਂ ਬਚੂਗਾ। ਤੋ ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਉਹ ਨਸ਼ਾ ਵੀ ਛੁੱਟ ਜਾਂਦਾ ਅਤੇ ਦਵਾਈ ਭਾਵੇਂ ਤੇਜ਼ ਨਾ ਹੋਏ, ਥੋੜ੍ਹੀ ਜਿਹੀ ਦਵਾਈ ਨਾਲ ਹੀ ਆਰਾਮ ਆ ਜਾਂਦਾ। ਸਿਆਣਾ ਡਾਕਟਰ ਉਹ ਹੈ ਵੀ ਪਹਿਲਾਂ ਮਰੀਜ਼ ਨਾਲ ਗੱਲ ਕਰਦਾ ਹੈ। ਅੱਜ ਕੱਲ੍ਹ ਦੇ ਡਾਕਟਰ 500 ਮੋਟੀਆਂ ਫੀਸਾਂ ਤਾਂ ਲੈਂਦੇ ਨੇ ਅਤੇ ਪਰ ਗੱਲ ਨਹੀਂ ਕਰਦੇ। ਜੇ ਕਿਸੇ ਨੂੰ ਪੁੱਛੋ ਵੀ ਬਿਮਾਰੀ ਦੀ ਜੜ੍ਹ ਕਿਵੇਂ ਸ਼ੁਰੂ ਹੋਈ, ਕੋਈ ਜਵਾਬ ਨਹੀਂ ਹੈ। ਬਸ ਟੈਸਟ ਕਰਾਓ,
ਤੇ ਉਹਦੇ ਅਕੋਰਡਿੰਗ 1 ਮਿੰਟ 'ਚ ਦਵਾਈ ਲਿਖ ਕੇ ਤੋਰ ਦੇਣਾ। ਸੋ ਅਸਲੀ ਡਾਕਟਰ ਜੋ ਹੈ ਉਹ ਮਰੀਜ਼ ਦਾ ਜਿਹੜੀ ਸੋਚ ਵਿਚਾਰ ਹੈ, ਦਿਮਾਗ ਹੈ, ਉਹਨੂੰ ਦੇਖਦਾ ਹੈ। ਕਈ ਵਾਰ ਬਿਮਾਰੀ ਆਪ ਦੀ ਚੇਤਾ ਹੁੰਦੀ ਹੈ, ਸਰੀਰ ਤੰਦਰੁਸਤ ਹੁੰਦਾ ਹੈ। ਖਾਸ ਕਰ ਜਿਹੜੇ ਜੇਲ੍ਹਾਂ 'ਚ ਜਾਂਦੇ ਨੇ ਉਹ ਕੈਦੀਆਂ ਦਾ ਇਲਾਜ ਸੋ ਉਹਨਾਂ ਦੀ ਸੋਚ ਵਿਚਾਰ ਨੂੰ ਸਹੀ ਕਰਕੇ ਇਸ ਤਰ੍ਹਾਂ ਹੀ ਕਰ ਦਿੰਦੇ ਹਨ। ਮਾੜੀ ਮੋਟੀ ਦਵਾਈ ਦੇਣੀ, ਕੁਝ ਉਹਨਾਂ ਨੂੰ ਸਮਝਾ ਦੇਣਾ। ਹਾਂਗਕਾਂਗ ਦੇ ਵਿੱਚ ਸਪੈਸ਼ਲ ਗੌਰਮੈਂਟ ਵੱਲੋਂ ਸਾਡੇ ਗੁਰਦੁਆਰੇ ਪੈਸੇ ਆਉਂਦੇ ਸੀ ਵੀ ਆਪਦੇ ਸਿੰਘਾਂ ਨੂੰ, ਭਾਈਆਂ ਨੂੰ ਜੇਲ੍ਹਾਂ 'ਚ ਭੇਜੋ। ਹਰ ਮਹੀਨੇ ਦੇ ਮਹੀਨੇ ਉਹ ਡਿਊਟੀ ਹੁੰਦੀ ਸੀ ਮੁਸਲਮਾਨਾਂ ਦੇ ਕਾਜ਼ੀਆਂ ਦੀ, ਮੁੱਲਾਂ ਦੀ, ਈਸਾਈਆਂ ਦੇ ਪਾਦਰੀਆਂ ਦੀ, ਅਤੇ ਸਾਨੂੰ ਗੁਰਦੁਆਰਿਓਂ ਜਾਣਾ ਪੈਂਦਾ। ਸਪੈਸ਼ਲ ਕਾਰਡ ਬਣਾਏ ਸੀ, ਆਪ ਉਹਨਾਂ ਨਾਲ ਲੈ ਕੇ ਜਾਣਾ ਅਤੇ ਕਹਿਣਾ ਵੀ ਇਹਨਾਂ ਨੂੰ ਸਮਝਾਓ, ਇਹ ਕਮਲੇ ਬੰਦੇ ਸ਼ਰਾਰਤਾਂ ਕਿਉਂ ਕਰਦੇ ਨੇ, ਅਤੇ ਇਸ ਵਾਸਤੇ ਸੁਧਰਨ ਦੀ ਸਿੱਖਿਆ ਦਿਓ। ਫਿਰ 24 ਸਾਹਿਬ ਦਾ ਪਾਠ ਕਰਨਾ, ਆਨੰਦ ਸਾਹਿਬ ਕਰਨਾ, ਕੋਈ ਜਪਜੀ ਸਾਹਿਬ ਦਾ ਪਾਠ, ਕੋਈ ਸਾਖੀ ਸੁਣਾਉਣੀ। ਜਿਹਨੇ ਕਿਤਾਬ ਮੰਗਣੀ ਉਹ ਕਿਤਾਬ ਨਾਲ ਲੈ ਜਾਣੀ। ਸੋ ਕਹਿਣ ਤੋਂ ਭਾਵ ਹੈ ਵੀ ਜ਼ਰੂਰੀ ਨਹੀਂ ਦਵਾਈ ਨਾਲ ਆਰਾਮ ਆਉਂਦਾ। ਗੁਰੂ ਘਰ ਦੇ ਵਿੱਚ ਤਾਂਹੀਓ ਤੰਦਰੁਸਤੀ ਹੈ ਕਿਉਂਕਿ ਇੱਥੇ ਚਿੰਤਾ ਦੀ ਜੜ੍ਹ ਨੂੰ ਖਤਮ ਕੀਤਾ ਜਾਂਦਾ ਹੈ। ਜੋ ਬਿਮਾਰੀ ਦੀ ਜੜ੍ਹ ਚਿੰਤਾ, ਅਤੇ ਚਿੰਤਾ ਜਿਸ ਤੋਂ ਲੱਗੀ ਹੈ ਉਹ ਖਤਮ ਕਰ ਦਿੱਤੀ ਜਾਂਦੀ ਹੈ ਮਨ ਇਕਾਗਰ ਕਰਕੇ। ਤਾਂ ਵੇਖੋ ਕਈ ਜਿਹੜੇ ਗੁਰਮੁਖ ਪਿਆਰੇ ਉਹ ਕਥਾ ਕੀਰਤਨ ਰਾਹੀਂ ਬਿਮਾਰੀਆਂ ਸਹੀ ਕਰ ਦਿੰਦੇ ਹਨ। ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਗੌੜੀ ਬਾਮਣ ਅੱਖਰੀ ਮਹੱਲਾ 5ਵਾਂ ਦੀ ਕਥਾ ਸੁਣਾਈ। ਇਹ ਕੋੜੀ ਦਾ ਕੋੜ ਦੂਰ ਕਰਤਾ। ਇੱਥੇ ਹੀ ਦਰਬਾਰ ਦੇ ਵਿੱਚ 2 ਸਾਲ ਪਹਿਲਾਂ ਇੱਥੇ ਗੁਰਬਾਣੀ ਬਹੁਤ ਸਮਾਗਮ ਹੋਇਆ, ਅਜੇ ਤਿਆਰੀ ਨਹੀਂ ਸੀ ਹੋਈ। ਇੱਕ ਬਾਣੀ ਸੁਣਦਿਆਂ ਹੀ ਮੁਕਤੀ ਨੂੰ ਪ੍ਰਾਪਤ ਹੋ ਗਿਆ, ਅਤੇ ਇੱਕ ਦੀ ਉਹ ਬਿਮਾਰੀ ਚੁੱਕੀ ਗਈ। ਅਜੇ ਆਉਂਦਾ ਵੀ ਇੱਕ ਟਾਈਮ ਸੀਗਾ। ਇਉਂ ਗੁਰਬਾਣੀ ਸੁਣਤ ਮੇਰਾ ਮਨ ਭੀਨਾ, ਮਨ ਦਰਵਿਆ ਨਿਜ ਕਰ ਆਵੇ ਗੋ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਬਿਮਾਰੀ ਸਾਨੂੰ ਘੱਟ ਹੁੰਦੀ ਹੈ, ਚਿੰਤਾ ਸੋਗ ਜ਼ਿਆਦਾ ਹੁੰਦਾ ਹੈ। ਤੋ ਇਸ ਘਰ ਦੇ ਵਿੱਚ ਹਰਖ ਅਨੰਤ, ਖੁਸ਼ੀਆਂ ਬਹੁਤ ਜ਼ਿਆਦੀਆਂ ਨੇ, ਸੋਗ ਨਹੀਂ ਵੀ ਆ। ਰੱਤੀ ਭਰ ਵੀ ਅਫਸੋਸ ਦੀ ਇੱਥੇ ਤੁਹਾਨੂੰ ਕਣੀ ਨਹੀਂ ਮਿਲੇਗੀ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਇਸ ਘਰ ਵਿੱਚ ਤਾਂ ਆਈਦਾ ਹੈ ਵੀ ਇੱਥੇ ਮਨ ਸੋ ਮਨ ਆਨੰਦ ਭਇਆ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮਨ ਮਜੀਆਂ ਵਧਾਈਆਂ, ਮਨ ਪ੍ਰਸੰਨ ਹੋਏ। ਤੋ ਅੱਧੀ ਬਿਮਾਰੀ ਤਾਂ ਡਾਕਟਰ ਨਾਲ ਮਿਲ ਕੇ ਚੁੱਕੀ ਜਾਂਦੀ ਹੈ। ਵੈਦ ਭੁਲਾਇਆ ਵੈਦ ਕੀ ਪਕੜ ਟੰਡੋਲੇ ਬਾਹਾਂ, ਭੋਲਾ ਵੈਦ ਨਾ ਜਾਣਈ ਕਰਕ ਕਲੇਜੀ ਮਾਹੇ। ਜੋ ਪ੍ਰਭੂ ਪ੍ਰਾਪਤੀ ਦੀ ਤੜਪ ਹੈ ਉਹਨੂੰ ਭੋਲਾ ਵੈਦ ਕੀ ਜਾਣਦਾ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਬ ਕਰੇ ਚਾਤਰ ਕੀ ਨਿਆਈ। ਤ੍ਰਿਖ ਨ ਉਤਰੈ ਸਾਧ ਨ ਆਵੈ, ਬਿਨ ਦਰਸ਼ਨ ਸੰਤ ਪਿਆਰੀ ਜੀਓ। ਹਉ ਘੋਲੀ ਜੀਓ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਹਉ ਖੈਨ ਪਾਲ ਰਹਿ ਨਾ ਸਕਉ, ਬਿਨ ਪ੍ਰੀਤਮ। ਖੇਨ ਅੱਖ ਚਮਕਣ ਦੇ ਸਮੇਂ ਨੂੰ ਕਹਿੰਦੇ ਨੇ। ਤੇ ਸਾਧ ਸੰਗਤ ਜੀਓ 15 ਵਾਰ ਅੱਖ ਝਮਕੋ ਤੇ ਇੱਕ ਵਿਸਵਾ ਬਣਦਾ ਹੈ। 15 ਵਿਸਵਿਆਂ ਦਾ ਇੱਕ ਚਸਾ ਬਣਦਾ ਹੈ। 30 ਚਸਿਆਂ ਦਾ ਇੱਕ ਪਲ ਹੁੰਦਾ ਹੈ। ਹਾਂ ਖਿੰਨ ਪਲ, ਅੱਖ ਝਮਕਣ ਜਿੰਨਾ ਸਮਾਂ ਤੇ ਪਲ ਜੋ 30 ਚਸਿਆਂ ਦਾ ਪਲ ਹੈ, ਇੰਨਾ ਥੋੜ੍ਹਾ ਸਮਾਂ ਵੀ ਮੈਂ ਮਹਾਰਾਜ ਦੇ ਦਰਸ਼ਨਾਂ ਤੋਂ ਬਗੈਰ ਨਹੀਂ ਰਹਿ ਸਕਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਹੁਣ ਆਪਾਂ ਸੋਚੀਏ ਕਿ ਆਪਾਂ ਇੱਥੇ ਹੀ ਬੈਠੇ ਰਹੀਏ, ਇੰਝ ਤਾਂ ਹੋ ਨਹੀਂ ਸਕਦਾ। ਫਿਰ ਮਹਾਰਾਜ ਨੇ ਕਿਵੇਂ ਆਖ ਦਿੱਤਾ? ਵੈਸੇ ਗੁਰੂ ਰਾਮਦਾਸ ਜੀ 24 ਘੰਟੇ ਗੁਰੂ ਅਮਰਦਾਸ ਜੀ ਚਰਨਾਂ 'ਚ ਰਹਿੰਦੇ ਸਨ, ਅਤੇ ਪਰ ਹਰੇਕ ਵਾਸਤੇ ਇਸ ਤਰ੍ਹਾਂ ਨਹੀਂ ਹੋ ਸਕਦਾ ਹੈ। ਤੋ ਜਿੱਥੋਂ ਤੱਕ ਮੈਨੂੰ ਸਮਝ ਆਈ ਹੈ ਬਾਣੀ ਦੀ, ਉਹ ਇੰਨੀ ਕੁ ਆਈ ਹੈ ਕਿ ਜੇ ਬੰਦਾ ਅੱਠੇ ਪੈਰ ਨਹੀਂ ਰਹਿ ਸਕਦਾ, ਕਿਉਂਕਿ ਗ੍ਰਸਤੀਆਂ ਕਾਰੋਬਾਰ ਵਾਲੀਆਂ
ਆਪਾਂ ਦੁਨਿਆਵੀ ਹਾਂ, ਮਹਾਰਾਜ ਤਾਂ ਰੱਬ ਨੇ। ਰੱਬ ਦੀ ਤੇ ਬੰਦੇ ਦੀ ਦੱਸੋ ਕਿਵੇਂ ਬਰਾਬਰੀ ਹੋ ਸਕਦੀ ਹੈ? ਤਾਂ ਰੱਬ ਕਹਿ ਰਿਹਾ। ਹੁਣ ਆਪਾਂ ਬੰਦੇ ਹਾਂ, ਹੁਣ ਬੰਦਿਆਂ ਵਾਸਤੇ ਇੰਨਾ ਕੁ ਹੋਣਾ ਚਾਹੀਦਾ ਵੀ ਸਵੇਰੇ ਦਰਸ਼ਨ ਕਰ ਜਾਈਏ, ਸ਼ਾਮ ਨੂੰ ਆ ਕੇ ਫਿਰ ਕਰ ਲਈਏ। ਜਿਹੜੇ ਸਵੇਰੇ ਕੀਤੇ ਨੇ ਉਹ ਨਾਲ ਨਾਲ ਤਾਂ ਵਾਹਿਗੁਰੂ ਵਾਵੇ ਕੰਨਾ ਹਾਹੇ ਸਿਆਰੀ ਗੱਗੀ ਔਂਕੜ ਰਾਰੇ ਦਲੈਂਕੜ। ਦਰਸ਼ਨਾਂ ਦਾ ਮਤਲਬ ਕੀ ਹੈ? ਗੁਰਬਾਣੀ ਨੂੰ ਅੱਖਾਂ 'ਚ ਰੱਖਣਾ ਅਤੇ ਜ਼ੁਬਾਨ 'ਤੇ ਰੱਖਣਾ। ਜੋ ਪੜ੍ਹਦੇ ਹਾਂ ਉਹਦੇ ਦਰਸ਼ਨ ਹੋਣੇ, ਮਤਲਬ ਅੱਖਰਾਂ 'ਚ ਧਿਆਨ ਰੱਖਣਾ। ਜਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਵੇਖ ਗਏ ਹਾਂ, ਹੁਕਮਨਾਮਾ ਲੈਂਦੇ ਹਾਂ, ਉਹੀ ਮਹਾਰਾਜ ਦਾ ਸਰੂਪ ਅੱਖਾਂ 'ਚ ਰੱਖਣਾ। ਸਾਰੀ ਦਿਹਾੜੀ ਧਿਆਨ ਦੇ ਦਰਸ਼ਨ ਹਨ। ਸਰੀਰ ਜਿਹੜਾ ਹੈ ਉਹਨੇ ਕਿਰਿਆ ਵੀ ਕਰਨੀ ਹੈ ਅਤੇ ਇੱਧਰ ਉੱਧਰ ਵੀ ਜਾਣਾ ਹੈ। ਤਾਂ ਇਸ ਤਰ੍ਹਾਂ ਅਸੰਭਵ ਹੈ ਅੱਠੇ ਪੈਰ। ਫਿਰ ਸੋਚ ਪਵਿੱਤਰਤਾ ਵੀ ਨਹੀਂ ਰਹਿੰਦੀ। ਅਤੇ ਇਸ ਲਈ ਬਹਿਣ ਦੀ ਜਗ੍ਹਾ ਵੀ ਥੋੜ੍ਹੀ ਹਰਿਮੰਦਰ ਸਾਹਿਬ ਦੇ ਅੰਦਰ। ਜੇ ਸਾਰੀ ਆ ਕੇ ਬੈਠ ਜਾਣ ਤਾਂ ਜਗ੍ਹਾ ਹੀ ਨਹੀਂ ਹੈ, ਫਿਰ ਦਰਸ਼ਨ ਕਿਵੇਂ ਹੋਣ? ਇਹੀ ਦਰਸ਼ਨ ਨੇ ਜੋ ਗੁਰਬਾਣੀ ਨੂੰ ਪੜ੍ਹੀ ਜਾਣਾ ਹੈ ਅਤੇ ਬਾਣੀ ਨੂੰ ਵੇਖੀ ਜਾਣਾ ਹੈ। ਰਸਨਾ ਦੇ ਨਾਲ ਮਹਾਰਾਜ ਦੇ ਸੋ ਜਾਪ ਨੂੰ ਜਪਣਾ, ਅੰਤਰ ਗੁਰ ਆਰਾਧਨਾ, ਹਿਰਦੇ ਕਰਕੇ ਸਿਮਰਨ ਕਰਨਾ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ। ਅੱਖਾਂ ਦੇ ਨਾਲ ਜੋ ਪੜ੍ਹ ਰਹੇ ਹਾਂ ਉਹਨੂੰ ਮਹਿਸੂਸ ਕਰਨਾ ਵੀ ਆਪਾਂ ਬਾਣੀ ਭਾਵੇਂ ਜ਼ਬਾਨੀ ਪੜ੍ਹ ਰਹੇ ਹਾਂ ਜਾਂ ਵੇਖ ਕੇ। ਬਾਣੀ ਦੇ ਦਰਸ਼ਨ ਹੀ ਗੁਰੂ ਜੀ ਦੇ ਦਰਸ਼ਨ ਹਨ। ਫਿਰ ਜਦ ਚਿੱਤ ਜੁੜ ਜਾਂਦਾ ਤਾਂ ਸ਼ਬਦ ਦਾ ਪ੍ਰਕਾਸ਼ ਪ੍ਰਾਪਤ ਹੁੰਦਾ। ਜਿਹੜਾ ਅੱਠੇ ਪੈਰ ਹਿਰਦੇ 'ਚ ਪ੍ਰਕਾਸ਼ ਰਹਿਣਾ ਹੈ, ਇਹੀ ਦਰਸ਼ਨ ਨੇ। ਤਿੱਥੈ ਲੋ ਲੋ ਆਕਾਰ, ਮਹਾਰਾਜ ਦੀ ਅਸਲ ਦਰਸ਼ਨ ਪ੍ਰਕਾਸ਼ ਹੈ। ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ, ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦ, ਹਰ ਕਰ ਕਿਰਪਾ ਮਨ ਵਸ ਜੀਓ। ਜੋ ਅਜਪਾ ਜਾਪ ਦੀ ਧੁਨੀ ਸੁਣਾਈ ਦੇਣੀ ਹੈ, ਮਹਾਰਾਜ ਨੇ ਹਿਰਦੇ 'ਚ ਵਸ ਜਾਣਾ। ਇਹੀ ਦਰਸ਼ਨ ਹਨ। ਇੱਕ ਖਿਣ ਅਤੇ ਪਲ ਜਿੰਨੇ ਸਮੇਂ ਵਿੱਚ ਵੀ ਮੈਂ ਪ੍ਰੀਤਮ ਪਿਆਰੀ ਦੇ ਦਰਸ਼ਨਾਂ ਤੋਂ ਬਗੈਰ ਨਹੀਂ ਰਹਿ ਸਕਦਾ। ਜਉ ਬਿਨ ਅਮਲ ਅਮਲੀ ਮਰ ਗਈਆ। ਜਿਵੇਂ ਅਮਲ ਨਸ਼ੇ ਤੋਂ ਬਿਨਾਂ ਨਸ਼ਈ ਪੁਰਸ਼ ਮਰ ਜਾਂਦਾ, ਉਹਦੀ ਜਾਨ ਨਿਕਲ ਕੇ ਜਾਂਦੀ ਹੈ। ਇੱਕ ਵਾਰ ਮੇਰੀ ਗੱਡੀ ਨੂੰ 7 ਫੇਸ ਕਿਸੇ ਨੇ ਘੇਰ ਲਿਆ। ਬੰਦਾ ਮੂੰਹ ਮੱਥੇ ਲੱਗਦਾ ਸੀਗਾ, ਮੈਂ ਜਾਣਦਾ ਸੀ। ਕਹਿੰਦਾ ਬਾਬਾ ਜੀ 10 ਰੁਪਈਏ ਕੱਢੋ। ਅਤੇ ਮੈਂ ਕਿਹਾ ਵੀ ਤੂੰ ਕੀ ਕਰਨੇ ਨੇ? ਕਹਿੰਦਾ ਮੈਂ ਝੂਠ ਨਹੀਂ ਬੋਲਦਾ, ਮੇਰੀ ਜਾਨ ਨਿਕਲ ਜਾ ਰਹੀ, ਮੈਂ ਪੁੜੀ ਲੈ ਕੇ ਖਾਣੀ ਹੈ। ਮੈਂ ਕਿਹਾ ਲੈ ਬਈ। ਅਤੇ ਉਸ ਤਰ੍ਹਾਂ ਨਸ਼ੇ ਵਾਸਤੇ ਮਾਇਆ ਦੇਣੀ ਬਣਦੀ ਨਹੀਂ। ਅਤੇ ਮੈਂ ਕਿਹਾ ਵੀ ਤੂੰ ਸੱਚ ਬੋਲਿਆ ਵੀ ਇਹ ਕੰਮ ਤੇਰਾ ਚੰਗਾ ਨਹੀਂ, ਉਹ ਵੀਰ ਬਣ ਕੇ ਛੱਡ ਦੇ। ਮਤਲਬ ਇੰਨਾ ਬੰਦਾ ਅਮਲੀ ਜਿਹੜਾ ਹੈ, ਜੇ ਉਹਨੂੰ ਅਮਲ ਨਾ ਮਿਲੇ ਤਾਂ ਸੱਚਮੁੱਚ ਹੀ ਉਹ ਮਰ ਜਾਂਦਾ ਜੀ। ਸੁਣਿਆ ਵੀ ਹੈ ਅਤੇ ਵੇਖਿਆ ਵੀ ਹੈ। ਨਸ਼ਾ ਟੁੱਟ ਗਿਆ, ਬੰਦਾ ਚੜ੍ਹਾਈ ਕਰ ਗਿਆ। ਅਮਲੀ ਜੀਵੈ ਅਮਲ ਖਾਏ। ਆਪਾਂ ਅਸਲ 'ਚ ਲੌਜਿਕ ਲੈਣਾ ਹੈ, ਕਿਉਂਕਿ ਗੁਰੂ ਘਰ ਬੈਠੇ ਹਾਂ ਅਤੇ ਉਹ ਹਰ ਜਨ ਜੀਵੈ ਹਰ 'ਤੇ ਆਏ। ਬਸ ਆਪਣਾ ਮਤਲਬ ਤਾਂ ਨਾਮ ਦੇ ਨਾਲ ਹੈ। ਉਹ ਇੱਕ ਉਦਾਹਰਨ ਹੈ। ਬਥੇਰੇ ਸੈਂਟਰ ਖੁੱਲ੍ਹੇ ਨੇ, ਹੌਲੀ ਹੌਲੀ ਡੋਜ਼ ਘਟਾ ਕੇ ਅਤੇ ਘਟ ਜਾਂਦੀ ਹੈ। ਕਈਆਂ ਨੇ ਘਟਾਈ ਵੀ ਹੈ, ਕੇਸ ਰੱਖ ਲਏ ਨੇ, ਗੁਰਮੁਖ ਬਣ ਗਏ ਅਤੇ ਮਹਾਰਾਜ ਦੀ ਕਿਰਪਾ ਹੋ ਗਈ ਹੈ। ਤੋ ਇਸ ਵਾਸਤੇ ਜਿਸ ਤਰ੍ਹਾਂ ਅਮਲੀ ਬੰਦਾ ਅਮਲ ਤੋਂ ਬਗੈਰ ਮਰ ਜਾਂਦਾ, ਆਪਾਂ ਤਾਂ ਡਰਦੇ ਮਾਰੇ ਉਹ 25 ਏਵੜ ਦੀ ਗੋਲੀ ਵੀ ਨਹੀਂ ਖਾਈ ਦੀ। ਇੰਡੀਅਨ ਬੰਦਾ ਕਿਤੇ ਬਾਹਰ ਕੈਨੇਡਾ 'ਚ ਮੈਂ ਵੇਖਿਆ, ਮਾੜਾ ਮੋਟਾ ਖੰਘ ਜ਼ੁਕਾਮ ਬੁਖਾਰ ਉਹ ਟੈਨਲ ਜੀ ਦਿੰਦੇ ਸੀ। ਅਤੇ ਝੱਟ ਹੀ ਦੂਜਿਆਂ ਦੇ ਅਸਰ, ਸਾਡੇ 'ਤੇ ਅਸਰ ਹੀ ਨਹੀਂ ਕਰਨੀ, ਕਿਉਂਕਿ ਖੂਨ 'ਚ ਦਵਾਈਆਂ ਹੀ ਇੰਨੀਆਂ ਬੜੀਆਂ ਹੋਈਆਂ, ਹਰੇਕ 'ਚ ਦਵਾਈ 'ਚ ਨਸ਼ਾ। ਅਤੇ ਇਸ ਵਾਸਤੇ ਜਿਹੜੀ ਨੀਂਦ ਦੀ ਗੋਲੀ ਹੈ ਵੀ ਨਸ਼ਾ ਜੇ। ਜਿਹੜੀ ਜ਼ੁਕਾਮ ਦੀ ਗੋਲੀ ਹੈ, ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰ ਦਿੰਦਾ ਵੀ ਨੀਂਦ ਤਾਂ ਪਹਿਲਾਂ ਹੀ ਨਹੀਂ ਛੱਡਦੀ, ਵਲੇਟ ਮਾਰਦੀ ਹੈ। ਅਤੇ ਡਾਕਟਰ ਸਾਹਿਬ ਹੁਣ ਦਵਾਈ ਲੈਣੀ ਤਾਂ ਪੈਣੀ ਵੀ ਇਹ 'ਚ ਨੀਂਦ ਨਾ ਹੋਏ, ਇਹ ਬੇਨਤੀ ਹੈ, ਕਿਉਂਕਿ ਡਿਊਟੀ ਸਾਡੀ ਐਕਟੀਵਿਟੀ ਦੀ ਹੈ। ਸਾਵਧਾਨ ਇਕਾਗਰ ਚੀਤ, ਸੁੱਤਾ ਬੰਦਾ ਤਾਂ ਉਹ ਹੀ ਬੁਰਾ ਲੱਗਦਾ। ਤੋ ਕਹਿ ਕੇ ਉਹ ਫਿਰ ਵਿੱਚੋਂ ਕਢਾ ਦੇਈਦੀ ਹੈ। ਡਾਕਟਰਾਂ ਦਾ ਸੁਭਾਅ ਵੀ ਬੰਦਾ ਸੌਂ ਜਾਊ ਅਤੇ ਤੰਦਰੁਸਤ ਹੋ ਜਾਊ। ਅਤੇ ਇਸ ਵਾਸਤੇ ਮਹਾਰਾਜ ਨੇ ਬਾਣੀ ਇਹੋ ਜਿਹੀ ਬਖਸ਼ੀ ਕਥਾ ਕੀਰਤਨ ਵੀ ਗੋਲੀ ਖਾਣ ਦੀ ਜ਼ਰੂਰਤ ਹੀ ਨਹੀਂ। ਆਪਾਂ ਤਾਂ ਚਾਹ ਵੀ ਨਹੀਂ ਡਰਦੇ ਮਾਰੇ ਪੀਂਦੇ ਵੀ ਰੋਟੀ ਦਾ ਨਸ਼ਾ ਤਾਂ ਪਰਮਾਤਮਾ ਨੇ ਦਿੱਤਾ ਹੋਇਆ, ਇਹ ਤੋਂ ਬਗੈਰ ਤਾਂ ਜਿਉਂਦੇ ਰਹਿ ਨਹੀਂ ਸਕਦੇ, ਉਹ ਤਾਂ ਖਾਣੀ ਪੈਣੀ ਹੈ ਤਾਂ ਪ੍ਰਸ਼ਾਦੇ 'ਚ ਵੀ ਨਸ਼ਾ। ਖਾਂਦਿਆਂ ਸਾਰੀ ਵੇਖੋ ਅੱਖਾਂ ਬੰਦ ਹੋਣ ਲੱਗ ਪੈਣਗੀਆਂ।
ਉਹ ਭਾਵੇਂ ਜਿੱਥੇ ਮਰਜ਼ੀ ਤੁਰੇ ਫਿਰੋ, ਭੱਜੇ ਫਿਰੋ, ਜਦੋਂ ਰੱਜ ਗਏ ਤੇ ਚੱਲੋ ਮੇਰੇ ਭਾਈ, ਤੂੰ ਕੌਣ ਤੇ ਮੈਂ ਕੌਣ। ਤੇ ਇਸ ਵਾਸਤੇ ਬਾਕੀ ਨਸ਼ਿਆਂ ਦਾ ਤਿਆਗ ਹੋਣਾ ਚਾਹੀਦਾ। ਚਾਹ ਵੀ ਇੱਕ ਨਸ਼ਾ ਜੀ, ਨੀਂਦ ਦੀ ਗੋਲੀ ਵੀ ਇੱਕ ਨਸ਼ਾ ਜੀ, ਜਿਹਨੂੰ ਲੱਗ ਜਾਏ ਤਾਂ ਪ੍ਰਸ਼ਾਦੇ ਤੋਂ ਬਗੈਰ ਕੋਈ ਹੋਰ ਨਸ਼ਾ ਗੁਰਸਿੱਖ ਨੂੰ ਨਹੀਂ ਹੋਣਾ ਚਾਹੀਦਾ। ਜਿਹੜਾ ਸੁੱਖਾ ਆਦਿਕ ਹੈ ਇਹ ਵੀ ਸਰੀਰ ਦੀ ਬਰਬਾਦੀ ਦਾ ਕਾਰਨ ਹੈ। ਦਿਮਾਗ ਨੂੰ ਖੁਸ਼ਕੀ ਚੜ੍ਹ ਜਾਂਦੀ। ਇੱਕ ਨੂੰ ਮੈਂ ਹਾਰਟ ਦੀ ਪ੍ਰੋਬਲਮ ਵੇਖੀ, ਮੇਰੇ ਤੋਂ ਮਸਾਂ ਹੀ ਸਾਲ 2 ਸਾਲ ਵੱਡੇ ਹੋਣਗੇ ਗੁਰਮੁਖ, ਅਤੇ ਪ੍ਰਸ਼ਾਦੇ ਦੇ ਵਿੱਚ ਮੱਖਣੀ ਘਿਓ ਪਾ ਕੇ ਦਿੱਤਾ। ਕਹਿੰਦੇ ਭਾਈ ਇਹਨੂੰ ਲੈ ਜਾਓ। ਮੈਂ ਕਿਹਾ ਕੀ ਹੋਇਆ? ਕਹਿੰਦੇ ਹਾਰਟ ਦੀ ਪ੍ਰੋਬਲਮ ਡਾਕਟਰ ਨੇ ਦੱਸਿਆ। ਮੈਂ ਕਿਹਾ ਇਸੇ ਉਮਰੇ? ਮੈਂ ਤਾਂ ਕੱਲ੍ਹ ਮਸ਼ੀਨ 'ਤੇ ਸਰੀਰ ਨੂੰ ਲਾਇਆ। ਕਹਿੰਦੇ ਕੱਖ ਵੀ ਨਹੀਂ, ਨਾ ਸ਼ੂਗਰ, ਨਾ ਬਲੱਡ ਪ੍ਰੈਸ਼ਰ, ਨਾ ਹਾਰਟ, ਨਾ ਗੱਲ, ਨਾ ਬਾਤ। ਅਤੇ ਇਸ ਵਾਸਤੇ ਸਰੀਰ ਉਦੋਂ ਬਰਬਾਦ ਹੁੰਦਾ ਜਦੋਂ ਆਪਾਂ ਕੁਦਰਤ ਦੇ ਭਾਣੇ 'ਚ ਦਖਲ ਦਿੰਦੇ ਹਾਂ। ਕੋਈ ਨਾ ਕੋਈ ਉਲਟੀ ਡੋਜ਼ ਤੋਂ ਓਵਰਡੋਜ਼ ਲਈ ਦੀ ਹੈ, ਜਾਂ ਡਬਲ, ਜਾਂ ਕੋਈ ਨਾ ਕੋਈ ਗਲਤੀ ਹੋ ਜਾਣੀ ਕੁਦਰਤ ਵੱਲੋਂ। ਕਹਿੰਦਾ ਮੈਂ ਸੁੱਖਾ ਪੀਂਦਾ ਰਿਹਾ। ਰਾਹ 'ਚ ਆਉਂਦਿਆਂ ਜਾਂਦਿਆਂ ਨਿਹੰਗ ਸਿੰਘਾਂ ਦਾ ਸਥਾਨ, ਸਾਡੇ ਬਾਬਾ ਨੌਧ ਸਿੰਘ ਦੀ ਸਮਾਧ ਹੈ, ਅਤੇ ਉੱਥੇ ਜਿੰਨਾ ਮਰਜ਼ੀ ਛਕੋ, ਆਪਾਂ ਤਾਂ ਸ਼ਰਦਾਈ ਛਕੀ ਦੀ ਸੀ। ਤੋ ਇਸ ਵਾਸਤੇ ਇਹ ਵੀ ਇੱਕ ਅਮਲ ਜੇ, ਕਿਸੇ ਵੀ ਚੀਜ਼ ਦਾ ਜਿਹੜਾ ਅਮਲ ਹੀ ਹੈ, ਜੇ ਲੱਗ ਜਾਏ ਤਾਂ ਫਿਰ ਉਸ ਤੋਂ ਬਗੈਰ ਰਿਹਾ ਨਹੀਂ ਜਾ ਸਕਦਾ। ਨਾਮ ਦਾ, ਬਾਣੀ ਦਾ, ਕਥਾ ਕੀਰਤਨ ਦਾ, ਨਿਤਨੇਮ ਦਾ, ਸੇਵਾ ਦਾ ਅਮਲ ਹੋਣਾ ਚਾਹੀਦਾ। ਪਾਤਸ਼ਾਹ ਜੀ ਕਥਨ ਕਰਦੇ ਨੇ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਇਉਂ ਅਮਲੀ ਜਿਹੜਾ ਹੈ, ਜਿਉ ਬਿਨ ਅਮਲ ਹੈ ਅਮਲੀ ਮਰ ਗਈ ਆ। ਬਿਨਾਂ ਅਮਲ ਤੋਂ ਜਿਵੇਂ ਉਹਦਾ ਮਰਨਾ ਹੁੰਦਾ, ਤਿਵੇਂ ਹਉ ਖਿੰਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ। ਪ੍ਰਭੂ ਪਤੀ ਦੇ ਦਰਸ਼ਨਾਂ ਤੋਂ ਬਿਨਾਂ ਮੇਰਾ ਮਰਨਾ ਹੁੰਦਾ ਹੈ। ਮੈਨੂੰ ਤਾਂ ਦਰਸ਼ਨਾਂ ਦਾ ਹੀ ਨਸ਼ਾ ਹੈ। ਜਿਨ ਕੋ ਪਿਆਸ ਹੋਏ ਪ੍ਰਭ ਕੇਰੀ। ਇਹ ਸਖੀ, ਜਿਨ੍ਹਾਂ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਤੈਨ ਆਵਰ ਨ ਪਾਵੈ ਬਿਨ ਹਰ ਕੋ ਦੁਈਆ। ਉਹਨਾਂ ਨੂੰ ਭਾਵੇਂ ਲੱਡੂ ਖਵਾਓ, ਭਾਵੇਂ ਬਰਫੀ ਖਵਾਓ, ਤੇ ਭਾਵੇਂ ਦੁੱਧ ਪਿਆਓ, ਉਹ ਕਹੂਗੇ ਵੀ ਸਾਨੂੰ ਤਾਂ ਮਹਾਰਾਜ ਦੇ ਦਰਸ਼ਨ ਚਾਹੀਦੇ ਨੇ। ਭਾਵੇਂ ਉਹਨਾਂ ਨੂੰ ਸੋਨੇ ਦਾ ਢੇਰ ਦਿਖਾ ਦਿਓ, ਭਾਵੇਂ ਚਾਂਦੀ, ਭਾਵੇਂ ਮੋਹਰਾਂ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਦ ਧਾਨਕ ਦਾ ਰੂਪ ਧਾਰਿਆ ਸੀਗਾ, ਤਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਪੈਸੇ ਦਿਖਾਏ ਅਤੇ ਡੰਡਾ ਦਿਖਾਇਆ। ਸੰਗਤ ਡਰ ਗਈ, ਕਹਿੰਦੇ ਮੇਰੇ ਪਿੱਛੇ ਕਿਉਂ ਆ ਰਹੇ ਹੋ? ਕਹਿੰਦੇ ਤੁਸੀਂ ਸਾਡੇ ਗੁਰੂ। ਆ ਡੰਡਾ ਵੇਖਿਆ? ਕਹਿੰਦੇ ਮਾਰੂੰਗਾ ਮੈਂ। ਪੈਸੇ ਚੁੱਕੋ, ਭੱਜ ਜਾਓ, ਮੈਥੋਂ ਕੀ ਲੈਣਾ ਤੁਸੀਂ? ਪੈਸੇ ਚਾਹੀਦੇ ਨੇ, ਆਪਦੇ ਘਰ ਨੂੰ ਲੈ ਜਾਓ, ਦੌੜ ਜਾਓ। ਕਈ ਪੈਸੇ ਚੁੱਕੇ ਚਲੇ ਗਏ, ਫਿਰ ਚਾਂਦੀ, ਫਿਰ ਸੋਨੇ ਦੀਆਂ ਮੋਹਰਾਂ, ਫਿਰ ਹੀਰੇ ਮੋਤੀ, ਅਤੇ ਬੜਾ ਕੁਛ ਦਿਖਾਇਆ। ਨਾਲੇ ਡੰਡੇ ਦਾ ਡਰ ਦਿੱਤਾ। ਕੇਵਲ ਬਾਬਾ ਬੁੱਢਾ ਜੀ, ਭਾਈ ਭਗੀਰਥ ਅਤੇ ਪਾਵਨ ਸ੍ਰੀ ਲਹਿਣਾ ਜੀ, ਤਿੰਨੇ ਗੁਰਸਿੱਖ ਰਹਿ ਗਏ, ਕੱਟੜ ਸੀਗੇ, ਲਾਲਚ 'ਚ ਨਹੀਂ ਆਏ। ਫਿਰ ਮੁਰਦਾ ਦਿਖਾਇਆ ਵੀ ਪੁੱਤ ਮੁਰਦਾ ਖਾਓ, ਮੈਨੂੰ ਗੁਰੂ ਮੰਨਦੇ ਹੋ ਨਾ? ਆਖੇ ਲੱਗਣਾ ਨਹੀਂ, ਕਹਿਣਾ ਤੁਸੀਂ ਗੁਰੂ ਜੀ ਹੋ, ਗੁਰੂ ਜੀ ਹੋ, ਆਖੇ ਲੱਗੋ ਚਲੋ ਮੁਰਦਾ ਖਾਓ। ਬਾਬਾ ਬੁੱਢਾ ਅਤੇ ਭਾਈ ਭਗੀਰਥ ਸਾਹਿਬ ਜੀ ਵੀ ਝਾੜੀਆਂ ਵਾਲੇ ਲੋਕ ਗਏ, ਅਤੇ ਪਾਵਨ ਸ੍ਰੀ ਲਹਿਣਾ ਜੀ ਹੱਥ ਜੋੜ ਕੇ ਖੜ੍ਹੇ, ਅਤੇ ਮਾਰਨੇ ਕੁਤਕਾ। ਕਹਿੰਦੇ ਕੁਤਕਾ ਵੇਖਿਆ ਹੀ ਉਹ, ਇਹ ਵੱਜੂਗਾ, ਖਾਂਦਾ ਕਿਉਂ ਨਹੀਂ? ਦੇਰ ਕਿਉਂ ਲਾਈ ਹੋਈ ਹੈ? ਕਹਿੰਦਾ ਜੀ ਇਸ ਗੱਲ ਦੀ ਦੇਰ ਹੈ ਵੀ ਪੈਰਾਂ ਵੱਲੋਂ ਸ਼ੁਰੂ ਕਰਾਂਗੇ, ਸਿਰ ਵੱਲੋਂ ਸ਼ੁਰੂ ਕਰਾਂ। ਗੱਜ ਕੇ ਆਖੋ ਸਤਨਾਮ ਸ੍ਰੀ। ਮਾਰੇ ਕਹਿੰਦੇ ਕਿ ਪੈਰਾਂ ਤੋਂ ਲੈ ਕੇ ਸਿਰ ਤੱਕ ਸਾਰਾ ਹੀ ਖਾ, ਜਾਂ ਚਾਦਰ ਲਈ ਤਾਂ ਫਿਰ ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਕੜਾ ਪ੍ਰਸ਼ਾਦ ਨਾਲੇ ਤਾਂ ਛਕਿਆ, ਭੱਜ ਭੱਜ ਕੇ ਭੁੱਖ ਲੱਗੀ ਹੋਈ ਸੀ, ਨਾਲੇ ਮਹਾਰਾਜ ਦਾ ਹੁਕਮ, ਨਾਲੇ ਆਨੰਦ ਮੰਗਲ। ਇਉਂ ਗੁਰੂ ਸਾਹਿਬ ਜੀ ਹੁਣ ਸਾਡੀ ਪਰਖ ਨਹੀਂ ਕਰਦੇ। ਪੀਵੋ ਪਾਹੁਲ ਖੰਡੇ ਧਾਰ ਹੋਵੇ ਜਨਮ ਸੁਹੇਲਾ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਤਾ ਭਾਈ। ਜੇ ਸਿਮਰਤ ਸੁਖ ਪਾਈ ਹੈ ਸਭ ਤਿਖਾ ਬੁਝਾਈ, ਪਰ ਸਾਡਾ ਉਲਟਾ ਸੁਭਾਵ ਹੈ। ਅੰਮ੍ਰਿਤ ਕੌਰਾ ਵੇਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡੀਠੀ। ਤੋ ਜੇ ਰੱਬ ਦੇ ਪ੍ਰੇਮੀ ਨੂੰ ਭਾਵੇਂ ਸਾਰੀ ਧਰਤੀ ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ ਤੱਕ ਸੋਨੇ ਦੀ ਦਿਖਾ ਦਿਓ, ਉਹਨੂੰ ਗੁਰੂ ਰਾਮਦਾਸ ਦੇ ਦਰਸ਼ਨਾਂ ਤੋਂ ਬਗੈਰ ਕੋਈ ਚੰਗਾ ਨਹੀਂ ਲੱਗੂਗਾ।
ਉਹ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕੂਗਾ ਹੀ ਟੇਕੂਗਾ, ਰਸਤੇ 'ਚ ਨਹੀਂ ਭਟਕੂਗਾ। ਇਹ ਬਾਣੀ ਵਿੱਚ ਸਾਹਿਬਾਂ ਨੇ ਲਿਖਿਆ ਹੋਇਆ ਕਿ ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਮੈ ਅਵਰ ਨ ਭਾਇਆ ਰਾਮ। ਰਾਮ ਹੈ ਭਾਈ, ਜੇ ਸਾਰੀ ਧਰਤੀ ਭਾਵੇਂ ਸੋਨੇ ਦੀ ਬਣਾ ਦਿਓ, ਵਾਹਿਗੁਰੂ ਦੇ ਨਾਮ ਤੋਂ ਬਗੈਰ ਉਹਨਾਂ ਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਜਲ ਦੀ ਬਜਾਏ ਭਾਈ ਗੁਰਦਾਸ ਜੀ ਨੇ ਸਾਖੀ ਲਿਖੀ ਹੈ ਵੀ ਲੋਟਾ ਦਿੱਤਾ, ਉਹ ਸਿੱਧਾਂ ਨੇ ਆਖਿਆ ਜਲ ਭਰ ਕੇ ਲਿਆ, ਹੀਰੇ ਮੋਤੀ ਦਿਖਾਏ ਵੀ ਇਹ ਸਾਡਾ ਚੇਲਾ ਬਣ ਜਾਊਗਾ। ਪਰ ਗੁਰੂ ਸਾਹਿਬ ਨੇ ਸ਼ਬਦ ਨਹੀਂ ਛੱਡਿਆ, ਆਪ ਦਾ ਧਰਮ ਨਹੀਂ ਛੱਡਿਆ। ਕਿਉਂ ਕੋਈ ਲੱਖ ਲਾਲਚ ਦਏ। ਮਾਂ ਪਿਓ ਦੀ ਸਿੱਖਿਆ ਹੁੰਦੀ ਹੈ ਵੀ ਪੁੱਤ ਸਿੱਧਾ ਘਰੋਂ ਸਕੂਲੇ ਜਾਣਾ ਅਤੇ ਘਰ ਆਉਣਾ, ਗੁਰਦੁਆਰੇ ਜਾਣਾ। ਰਾਹ 'ਚ ਕਿਸੇ ਦੇ ਆਖੇ ਟੌਫੀ ਦੇ ਲਾਲਚ ਨੂੰ ਨਿਆਣੇ ਚੁੱਕੇ ਜਾਂਦੇ ਨੇ। ਅਤੇ ਇਸ ਵਾਸਤੇ ਲਾਲਚ ਨਹੀਂ ਕਰਨਾ ਕਿਸੇ ਦੀ ਚੀਜ਼, ਭਾਵੇਂ ਹੀਰਾ ਡਿੱਗਾ ਸੋਨਾ ਮੋਤੀ, ਉਹਨੂੰ ਚੁੱਕਣਾ ਨਹੀਂ। ਕੀਮਤਾਂ ਕਿਤਨਾ ਦੀ ਹੈ। ਆ ਬਿਮਾਰੀ ਦੀ ਹਾਲਤ 'ਚ 500-500 ਦੇ ਲੋਟ ਲੋਕਾਂ ਖਿਲਾਰ ਦਿੱਤੇ ਸੀਗੇ। ਉਹ ਬਥੇਰਾ ਪ੍ਰਚਾਰ ਹੋਇਆ ਵੀ ਕੋਈ ਚੀਜ਼ ਚੁੱਕੋ ਨਾ ਬਈ, ਕੀਮਤਾਂ ਕੀ ਲੱਗਾ ਹੋਇਆ ਉਹਨੂੰ। ਅਤੇ ਇਸ ਵਾਸਤੇ ਮਹਾਰਾਜ ਦਾ ਵੀ ਇਹ ਹੁਕਮ ਹੈ ਭਾਈ, ਲਾਲਚ ਛੋਡੋ ਅੰਧ ਹੋ ਲਾਲਚ ਦੁੱਖ ਭਾਰੀ। ਤੋਤਾ ਅਤੇ ਜੀਵ ਜੰਤੂ ਉਹ ਚੋਗਾ ਚੁਗਣ ਲੱਗਿਆਂ ਫਸਦੇ ਨੇ। ਜਦ ਵੀ ਫਸਦੇ ਨੇ ਇਹ ਨਹੀਂ ਵੇਖਣਾ ਵੀ ਹੌਸਪੀਟਲ ਦਾ ਇਲਾਜ ਫਰੀ ਹੈ, ਉੱਥੇ ਪੂੜੀਆਂ ਛੋਲੇ ਅਖੇ ਰੁਪਈਏ ਦੇ ਮਿਲਦੇ ਨੇ। ਉਹ ਤਾਂ ਬਥੇਰਾ ਕੁਛ ਬਾਜ਼ਾਰ ਦੇ ਵਿੱਚ ਮਹਾਰਾਜ ਮਾਇਆ ਦੇ ਦੇਵੇ ਅਤੇ ਚੰਗੀ ਚੀਜ਼ ਜਿੰਨਾ ਮਰਜ਼ੀ ਪੈਸੇ ਖਰਚੋ ਅਤੇ ਛਕੀ ਜਾਓ। ਜੇ ਪੂੜੀਆਂ ਛੋਲਿਆਂ ਦੇ ਲਾਲਚ ਜੀ ਬੰਦੇ ਨੇ ਗੁਰਦੁਆਰਾ ਛੱਡਣਾ, ਦੱਸੋ ਕੀ ਫਾਇਦਾ ਹੋਇਆ। ਉਹ ਫਲਾਣੇ ਦਾ ਘਰ ਬਣਾ ਦਿੰਦੇ ਨੇ, ਉਹ ਵਿਆਹ ਕਰ ਦਿੰਦੇ ਨੇ। ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਰਹੀਏ, ਭਾਵੇਂ ਗਰੀਬੀ ਹੈ ਅਤੇ ਭਾਵੇਂ ਅਮੀਰੀ ਹੈ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਲਾਲਚ ਛੋਡੋ ਅੰਧੇ ਹੋ ਲਾਲਚ ਦੁੱਖ ਭਾਰੀ। ਇਹ ਭਾਰੀ ਦੁੱਖਾਂ ਦਾ ਕਾਰਨ ਜੇ। ਤੋ ਇਸ ਵਾਸਤੇ ਕਾਂ ਕਬੂਤਰ ਤੋਤੇ ਆਦਿਕ ਬੜਾ ਦੁੱਖ ਭੋਗਦੇ ਹਨ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾਰੇ, ਲੀਨੀ ਹੱਥ ਪਸਾਰ ਛੂਟਣ ਕੋ ਸਹਿਸਾ ਪਰਿਆ ਮਨ ਬੌਰਾਰੇ। ਨਾਚੋ ਘਰ ਘਰ ਬਾਹਰ। ਬਾਂਦਰ ਨੇ ਮੁੱਠ ਭਰੀ ਫੁੱਲੀਆਂ ਦੀ ਅਤੇ ਛੋਲਿਆਂ ਦੀ, ਅਤੇ ਉਹਨੂੰ ਘਰੋਂ ਘਰ ਨੱਚਣਾ ਪਿਆ। ਕਿਉਂ ਲਾਲਚ ਦੇ ਵਿੱਚ ਜੇ ਗੁਰਦੁਆਰਾ ਛੱਡ ਦਿੱਤਾ, ਕੀ ਪਤਾ ਕਿੰਨੀਆਂ ਜੂਨਾਂ 'ਚ ਕੁੱਤੇ ਬਿੱਲੇ ਸਹੀ ਬਣਨਾ ਪਊਗਾ। ਫਿਰ ਆਪਾਂ ਕਿੱਥੇ ਜਾਵਾਂਗੇ ਦੱਸੋ। ਥੋੜ੍ਹੇ ਜਿਹੇ ਲਾਲਚ ਨੂੰ ਜੇ ਭਟਕ ਗਏ। ਇਸ ਲਈ ਇਸ ਘਰ ਮੇਂ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸੇ ਹੀ ਕੇ ਤੂੰ ਮਤ ਹੀ ਜਾਹੇ। ਮਹਾਰਾਜ ਪਾਤਸ਼ਾਹ ਪਦ ਕਥਨ ਕਰਦੇ ਨੇ, ਜਿਨ ਕੋ ਪਿਆਸ ਹੋਏ ਪ੍ਰਭ ਘੇਰੀ। ਜਿਨ੍ਹਾਂ ਨੂੰ ਰੱਬ ਦੇ ਮਿਲਣ ਦੀ ਪਿਆਸ ਹੈ, ਤਿਨ ਅਵਰ ਨਾ ਭਾਵੇ ਬਿਨ ਹਰ ਕੋ ਦੁਈਆ। ਉਹਨਾਂ ਨੂੰ ਹਰੀ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਜਾ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ ਹੈ। ਮੈਨੂੰ ਕਈਆਂ ਨੇ ਆਖਿਆ ਵੀ ਚੱਲ ਸਾਡੇ ਡੇਰੇ ਤੈਨੂੰ 10ਵਾਂ ਦੁਆਰ। ਆਪਾਂ ਆਖਿਆ ਵੀ ਸਾਨੂੰ ਇਹੀ ਦੁਆਰਾ ਚੰਗਾ, 10ਵੇਂ ਦੁਆਰ ਨੂੰ ਕੀ ਸਿਰ 'ਤੇ ਚੜਾਉਣਾ। ਆਹ ਗੁਰਦੁਆਰਾ ਹੀ ਇੱਥੇ ਹੀ ਨਹੀਂ ਆਇਆ ਜਾਂਦਾ, ਅਤੇ ਇਸ ਵਾਸਤੇ ਗੁਰਦੁਆਰਾ ਹੀ ਚੰਗਾ, 10ਵਾਂ ਦੁਆਰ ਨਹੀਂ ਆਪਾਂ ਨੂੰ ਚਾਹੀਦਾ। ਜੋ ਮਹਾਂਪੁਰਖਾਂ ਨੇ ਸਿੱਖਿਆ ਦਿੱਤੀ ਹੈ, ਬਾਬਾ ਠਾਕੁਰ ਸਿੰਘ ਸਾਹਿਬ ਜੀ, ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਪਖੰਡ ਦੇ ਬੜੇ ਵਿਰੋਧੀ ਸਨ। ਅਤੇ ਇਸ ਵਾਸਤੇ ਕਥਾ ਹੀ ਚੰਗੀ ਹੈ, ਇਹਦੇ 'ਚ ਹੀ ਸੁੱਖ ਹੈ। ਤੋ ਇਸ ਵਾਸਤੇ ਜੇ ਮਹਾਰਾਜ ਨੂੰ ਭਾਇਆ ਤਾਂ ਇੱਥੇ ਹੀ ਸਭ ਕੁਝ ਦਿਖਾਊਗਾ। ਮਹਾਰਾਜ ਕਥਨ ਕਰਦੇ ਨੇ ਵੀ ਕਿਸੇ ਦੇ ਪਿੱਛੇ ਲੱਗ ਕੇ ਰਾਹ ਦਾ ਸਵਾਮੀ ਅਤੇ ਜਾਂ ਸਰਸੇ ਵਾਲਾ ਮਾਲਕ ਨਾ ਬਣਾਓ ਭਾਈ। ਆਪ ਦਾ ਮਾਲਕ ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕਾ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਨੂੰ ਮੰਨੋ। ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੈ। ਕੋਈ ਲਿਆ ਕੇ, ਕੋਈ ਆਣ ਕੇ, ਜਾਂ ਕੋਈ ਗੁਰੂ ਨੂੰ ਸਮਾਧੀ ਤੋਂ ਉਥਾਨ ਕਰਕੇ ਲਿਆਵੇ ਅਤੇ ਮੈਨੂੰ ਸਤਿਗੁਰਾਂ ਦੀ ਸ਼ਰਨ 'ਚ ਲਿਆ ਕੇ ਮੇਲਣਾ ਕਰੇ। ਜਿਵੇਂ ਬਾਬਾ ਬੁੱਢਾ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਮਾਈ ਭਰਾਈ ਦੇ ਘਰੋਂ ਅੰਦਰ ਬੈਠਿਆਂ ਹੋਇਆਂ ਨੂੰ ਬੇਨਤੀ ਕਰਕੇ ਬਾਹਰ ਨਿਕਲਣ ਲਈ ਆਖਿਆ, ਅਤੇ ਫਿਰ ਗੁਰੂ ਸਾਹਿਬ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ ਅਤੇ ਸ਼ਬਦ ਉਚਾਰਿਆ ਮਹੱਲਾ ਦੂਜਾ। ਜਿਸ ਪਿਆਰੀ ਸਿਉ ਨੇਹੋ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਸ਼ੈ ਜੀਵਨ। ਗੁਰੂ ਅਮਰਦਾਸ ਜੀ ਨੂੰ ਗੁਰਦੁਆਰਾ ਸੰਨ ਸਾਹਿਬ ਲੁਕਿਆਂ ਹੋਇਆਂ ਨੂੰ ਬਾਬਾ ਜੀ ਨੇ ਸੰਨ ਲਾ ਕੇ ਬੇਨਤੀ ਕਰਕੇ ਬਾਹਰ ਸੰਗਤਾਂ ਨੂੰ ਦਰਸ਼ਨ ਕਰਾਏ। ਇਉਂ ਗੁਰੂ ਮਹਾਰਾਜ
ਮੈਨੂੰ ਪ੍ਰਭੂ ਦੇ ਨਾਲ ਮਿਲਾ ਦੇਵੇ। ਹਉ ਤੁਸ ਵਿਟੋ ਬਲ ਬਲ ਘੁਮ ਗਈਆ। ਮੈਂ ਤਿਸ ਦੇ ਉੱਪਰੋਂ ਬਲਿਹਾਰ ਕੁਰਬਾਨ ਦੇ ਸਦਕੇ ਜਾਣਾ ਕਰਦੀ ਹਾਂ। ਅਨੇਕ ਜਨਮ ਕੇ ਵਿਛੜੇ ਜਨ ਮੇਲੇ। ਇਹ ਸਖੀ ਅਨੇਕਾਂ ਜਨਮਾਂ ਦੀ ਵਿਛੜੀਆਂ ਹੋਈਆਂ ਭਗਤਾਂ ਨੂੰ ਪ੍ਰਭੂ ਨੇ ਆਪਣੇ ਨਾਲ ਮੇਲ ਲਿਆ ਹੈ। ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਹੀ ਤਾਂ ਹੈ। ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਡੀਠ। ਕੱਲ ਇੱਕ ਮੈਨੂੰ ਬਚਨ ਸੁਣਾ ਰਹੇ ਸੀ ਗੁਰਮੁਖ। ਨਿੱਤ ਆਉਂਦੇ ਨੇ ਸਵੇਰੇ ਸ਼ਾਮ, ਮੈਂ ਨਾਂ ਨਹੀਂ ਦੱਸਣਾ। ਕਹਿੰਦੇ ਕਿਸੇ ਮੈਨੂੰ ਦੱਸਿਆ ਵੀ ਤੂੰ ਸ਼ੇਖ ਸੀਗਾ ਦੁਬਈ ਦਾ ਅਤੇ ਸਿੱਖ ਪੰਥ ਦਾ ਕੱਟੜ ਵਿਰੋਧੀ ਸੀ। ਮੁਸਲਮਾਨ ਬੜੇ ਵਿਰੋਧੀ ਹੁੰਦੇ ਨੇ, ਖਾਸ ਕਰਕੇ ਜਿਹੜੇ ਕੱਟੜ ਹੋਣ ਸ਼ਰ੍ਹਾਈ। ਅਤੇ ਤੈਨੂੰ ਸਿੱਖ ਧਰਮ 'ਚ ਮਹਾਰਾਜ ਨੇ ਅੰਮ੍ਰਿਤ ਛਕਾਇਆ ਵੀ ਪੁੱਤ ਹੁਣ ਤਾਂ ਗੁਰੂ ਨਾਨਕ ਸਾਹਿਬ ਨੂੰ ਤੈਨੂੰ ਮੰਨਣਾ ਪਊਗਾ। ਤੋ ਇਸ ਲਈ ਵਿਛੜਿਆਂ ਨੂੰ ਮਿਲਣ ਲਈ ਇੱਥੇ ਲਿਆਂਦਾ ਹੈ। ਜਾਂ ਸਤ ਸਤ ਸਤਿਗੁਰ ਸਰਣ ਪਵਈਆ। ਪਰ ਮਿਲਾਂਗੇ ਤਾਂ ਹੀ ਜੇ ਸਤ ਨਿਸ਼ਚੇ ਕਰਕੇ ਸੱਚ ਸਰੂਪ ਸਤਿਗੁਰੂ ਜੀ ਦੇ ਓਟ ਵਿੱਚ ਪਵਾਂਗੇ। ਸੇ ਜੇ ਕਾ ਏਕੋ ਪ੍ਰਭ ਠਾਕੁਰ। ਇਹ ਸਖੀ ਗੁਰਾਂ ਨੇ ਇਹ ਵੀ ਦੱਸਿਆ ਕਿ ਅੰਤःਕਰਨ ਰੂਪੀ ਸੇਜਾ ਵੀ ਇੱਕ ਹੈ। ਜਿੱਥੇ ਇੱਕ ਪਾਸੇ ਜੀਵ ਹੈ ਉਹਦੇ ਤੇ ਇੱਕ ਪਾਸੇ ਠਾਕੁਰ ਦੀ ਜੋਤ ਹੈ, ਵਿੱਚ ਪੜਦਾ ਹੈ। ਕਿ ਕੂੜਾ ਟੁੱਟਿਆ ਪਾਲ ਹਉਮੈ ਦਾ ਪੜਦਾ ਹੈ, ਕੂੜ ਦੀ ਕੰਧ ਹੈ। ਮਹਿਲ ਨ ਪਾਵੈ ਮਨ ਮੁਖ ਪਰਮਈਆ। ਜਿਹੜੀ ਜੀਵ ਆਤਮਾ ਲਾਗੇ ਹੀ ਪਰਮਾਤਮਾ ਵਸ ਰਿਹਾ, ਪਰ ਮਨਮੁਖਾਂ ਦੀ ਬਿਰਤੀ ਵਿਕਾਰਾਂ 'ਚ ਭਟਕਦੀ ਰਹਿੰਦੀ ਹੈ, ਸਰੂਪ ਦੇ ਮਹੱਲ ਨੂੰ ਨਹੀਂ ਪਾਉਂਦੀ। ਤੁਸੀਂ ਪੁੱਛੋ ਕਿਵੇਂ? ਡੱਡੂ ਵੇਖੋ ਕਮਲ ਦੀਆਂ ਜੜ੍ਹਾਂ 'ਚ ਚੱਕੜ ਖਾਂਦਾ ਰਹਿੰਦਾ, ਉਹਨੂੰ ਕੀ ਪਤਾ ਕਮਲ ਦਾ ਵੀ ਉੱਪਰ ਕਮਲ 'ਚ ਸੁਗੰਧੀ ਹੈ, ਉੱਪਰੋਂ ਭੌਰਾ ਆ ਕੇ ਲੈ ਜਾਂਦਾ। ਇਸ ਤਰ੍ਹਾਂ ਸਾਡੀ ਬਿਰਤੀ ਦੁਨਿਆਵੀ ਰਸਾਂ ਕਸਾਂ 'ਚ ਭਟਕੀ ਹੋਈ ਹੈ। ਇਹ ਰਸ ਛੱਡ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਜੇ ਵੇਖੀ ਬਾਹਰ ਨੂੰ ਜਾਣਾ ਅਤੇ ਅੰਦਰ ਮਹਾਰਾਜ ਕਿਵੇਂ ਦਿਖੂਗਾ? ਡਿਉੜੀ ਦਾ ਮਤਲਬ ਤਾਂ ਇਹ ਆ ਬੰਦਾ ਬਾਹਰ ਨਿਕਲ ਜਾਏ ਭਾਵੇਂ ਅੰਦਰ ਨੂੰ ਆ ਜਾਏ। ਅਤੇ ਇਸ ਲਈ ਸੰਗਤ ਡਿਉੜੀ ਹੈ। ਜੇ ਬਿਰਤੀ ਠਿਕ ਗਈ ਤਾਂ ਪ੍ਰਭੂ ਦੇ ਦਰਸ਼ਨ ਨੇ, ਜੇ ਭਟਕ ਗਈ ਤਾਂ ਫਿਰ ਸੰਸਾਰ ਦੀਆਂ ਚੀਜ਼ਾਂ ਜਿਹੜੀਆਂ ਮਰਜ਼ੀ ਲੈ ਲਓ। ਗੁਰ ਗੁਰ ਕਰਤਾ ਸਰਨ ਜੇ ਆਵੈ। ਧੰਨ ਗੁਰੂ ਕਰਦਿਆਂ ਜੇ ਗੁਰੂ ਦੀ ਸ਼ਰਨ 'ਚ ਕੋਈ ਆ ਜਾਏ। ਪ੍ਰਭ ਆਏ ਮਿਲੈ ਖਿਨ ਢੀਲ ਨ ਪਈਆ। ਤਾਂ ਪ੍ਰਭੂ ਪਤੀ ਆ ਕੇ ਆਪੇ ਮਿਲ ਪੈਂਦਾ, ਇੱਕ ਖਿੰਨ ਮਾਤਰ ਵੀ ਢਿੱਲ ਨਹੀਂ ਪੈਂਦੀ ਹੈ। ਜਿਨੀ ਤੁਧ ਨੂੰ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਰਾੜਾ ਸਾਹਿਬ ਵਾਲੇ ਗੁਰਮੁਖ ਜਦ ਸਮਾਪਤੀ ਕਰਦੇ ਨੇ ਅਤੇ ਅਸਤੋਤਰ ਪੜ੍ਹਦੇ ਨੇ, ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ। ਇਹਦਾ ਲੌਜਿਕ ਇਹੀ ਹੈ ਕਿ ਮਹਾਰਾਜ ਨੇ ਆਖਿਆ ਹੈ ਵੀ ਜਿਹੜਾ ਧੰਨ ਕਹੂਗਾ ਉਹੀ ਪ੍ਰਭੂ ਨੂੰ ਮਿਲੂਗਾ। ਕਰ ਕਰ ਕਿਰਿਆ ਚਾਰ ਵਧਾਏ। ਮਨਮੁਖਾਂ ਨੇ ਨੇਤੀ ਧੋਤੀ ਆਦਿਕ ਸਾਧਨ ਕਰ ਕਰਕੇ ਕਰਮਾਂ ਦੇ ਕਰਤੱਬਾਂ ਨੂੰ ਵਧਾਇਆ ਹੈ। ਮਨ ਪਾਖੰਡ ਕਰਮ ਕਪਟ ਲੁਭਈਆ। ਮਨ 'ਚ ਲੋਕ ਵਿਖਾਵੇ ਵਾਲੇ ਕਰਮ ਤੇ ਛਲ ਵਾਲੇ ਪਦਾਰਥਾਂ 'ਚ ਲੁਭਾਏ ਮਨ ਹੋ ਰਿਹਾ ਹੈ। ਪਖੰਡ ਜ਼ਿਆਦਾ ਹੈ, ਕਮਾਈ ਹੈ ਨਹੀਂ। ਬੇਸੁਆ ਕੈ ਘਰ ਬੇਟਾ ਜਨਮਿਆ। ਹੇ ਮਹਾਤਮਾ ਰੂਪ ਸਖੀ, ਜਿਵੇਂ ਵੇਸ਼ਵਾ ਦੇ ਘਰ ਵਿੱਚ ਕੋਈ ਪੁੱਤਰ ਜਨਮਿਆ ਹੋਵੇ। ਪਿਤਾ ਤਾਹੇ ਕਿਆ ਨਾਮ ਸਦਈਆ। ਉਹਦੇ ਪਿਓ ਦਾ ਦੱਸੋ ਨਾਮ ਕੀ ਸੱਦਿਆ ਜਾ ਸਕਦਾ ਹੈ। ਇਸੇ ਪ੍ਰਕਾਰ ਜਿਸ ਮਨਮੁਖ ਦਾ ਕੋਈ ਗੁਰੂ ਨਹੀਂ, ਕੋਈ ਪੀਰ ਰੂਪੀ ਪਿਤਾ ਨਹੀਂ ਹੈ। ਪੂਰਬ ਜਨਮ ਭਗਤ ਕਰ ਆਏ। ਜਿਹੜੇ ਪਹਿਲੇ ਜਨਮਾਂ 'ਚ ਨਿਸ਼ਕਾਮ ਕਰਮਾਂ ਦੀ ਭਗਤੀ ਕਰਕੇ ਆਏ ਹਨ। ਗੁਰ ਹਰ 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 ਭਗਤ ਜਮਈਆ। ਉਹਨਾਂ ਦੇ ਹਿਰਦੇ ਅੰਦਰ ਗੁਰਾਂ ਨੇ ਹਰੇਕ ਨੂੰ ਆਪ ਦੀ ਚੇਤਨ ਸਤਾ ਨਾਲ ਹਰੇ ਭਰੇ ਕਰਨ ਵਾਲੇ ਹਰੀ ਪ੍ਰਭੂ ਦੀ ਪ੍ਰੇਮਾ ਭਗਤੀ ਪੈਦਾ ਕਰ ਦਿੱਤੀ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ
सोई जागी वड भागी साध संग प्राप्त। ਭਗਤ ਭਗਤ ਕਰਤੇ ਹਰ ਪਾਇਆ। ਇਹ ਸਖੀ ਭਗਤੀ ਵਾਲਿਆਂ ਨੇ ਭਗਤੀ ਕਰਕੇ ਪਾਇਆ। ਦਾਣੇ ਵੇਚ ਕੇ ਕੁਲਫੀਆਂ ਗੋਲੇ ਨਹੀਂ ਖਾਦੇ, ਤਾਂਬਾ ਵੇਚ ਕੇ ਪਤੀਸਾ ਨਹੀਂ ਖਾਦਾ। ਲੋਕਾਂ ਦੇ ਭਾਣੇ ਐਵੇਂ ਹੀ ਰੱਬ ਮਿਲ ਗਿਆ ਵੀ ਸੰਤ ਤਾਂ ਕਮਲੇ ਤੁਰੇ ਫਿਰਦੇ ਨੇ, ਇਹਨਾਂ ਨੂੰ ਕੱਖ ਦਾ ਪਤਾ ਨਹੀਂ। ਕਬੀਰ ਜੀ ਕਹਿੰਦੇ ਕਹੋ ਕਬੀਰ ਭਗਤ ਕਰ ਪਾਇਆ, ਐਵੇਂ ਨਾ ਸਮਝਿਓ। ਇੱਕ ਔਕਟ ਘਾਟੀ ਰਾਮ ਕੀ ਤੇ ਚੜ੍ਹਦੇ ਹੋ ਕਬੀਰ, ਇਹ ਔਖੀ ਬੜੀ ਹੈ ਜਿੱਤੇ ਆਪਾਂ ਚੜ੍ਹੇ ਹੋਏ ਆ। ਇਹ ਕੋਈ ਖਾਲਾ ਜੀ ਦਾ ਵਾੜਾ ਕੋਈ ਆਮ ਗੱਲ ਨਹੀਂ ਹੈ ਜਿਵੇਂ ਲੋਕਾਂ ਨੇ ਸਮਝੀ ਹੋਈ ਹੈ। ਸਭ ਤੋਂ ਔਖਾ ਕੰਮ ਭਗਤੀ ਕਰਨੀ ਹੈ। ਸੋ ਰੱਬ ਨੂੰ ਪਾਉਣਾ ਧੰਨੇ ਨੇ ਵੇਖੋ ਕਿੰਨਾ ਸਿਦਕ ਰੱਖਿਆ ਸੀਗਾ, ਇਉਂ ਭਗਤੀ ਕਰਕੇ ਪਾਇਆ ਹੈ। ਜਾਂ ਹਰ 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 ਨਾਮ ਸਮਈਆ। ਜਦ ਹਰੇਕ ਨੂੰ ਹਰੇ ਪਰੇ ਕਰਨ ਵਾਲੇ ਹਰੀ ਪ੍ਰਭੂ ਦੇ ਨਾਮ 'ਚ ਲੀਨ ਹੋ ਗਏ ਤਾਂ ਮਹਾਰਾਜ ਨੇ ਦਰਸ਼ਨ ਦਿੱਤੇ ਨੇ। ਦੁਨੀਆ ਨਾਲੋਂ ਟੁੱਟ ਕੇ ਫਿਰ ਰੱਬ ਦੀ ਪ੍ਰਾਪਤੀ ਹੁੰਦੀ ਹੈ। ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਉਧਰ ਲਾਉਣਾ। ਪ੍ਰਭ ਆਨ ਆਨ ਮਹਿੰਦੀ ਪਿਸਾਈ। ਪ੍ਰਭੂ ਨੇ ਆਪ ਹੀ ਸਾਨੂੰ ਦਵੈਤ ਵੱਲੋਂ ਲਿਆ ਕੇ ਮੋੜ ਕੇ ਆਪ ਦੀ ਸ਼ਰਨ 'ਚ ਪਾ ਕੇ ਸਾਡੀ ਸ਼ਰਧਾ ਰੂਪੀ ਮਹਿੰਦੀ ਪੀਸੀ ਹੈ, ਜਾਂ ਸਤੂਲ ਵਾਸ਼ਨਾ ਨੂੰ ਮਹਿੰਦੀ ਸੰਤੋਖ ਦੇ ਪੱਥਰ ਨਾਲ ਪੀਸੀ ਹੈ। ਆਪੇ ਕੋਲ ਕੋਲ ਅੰਗ ਲਈਆ। ਜਿਸ ਭੈਣ ਦੇ ਹੱਥਾਂ ਤੇ ਮਹਿੰਦੀ ਹੋਵੇ ਤੇ ਉਹਦਾ ਸੋ ਇਹ ਜਨਾਇਕ ਹੈ ਕਿ ਇਹਨੂੰ ਆਪਦੇ ਪਤੀ ਦੀ ਖੁਸ਼ੀ ਹੈ। ਫਿਰ ਪ੍ਰਭੂ ਨੇ ਆਪ ਹੀ ਸੂਖਮ ਵਾਸ਼ਨਾ ਨੂੰ ਨਿਵਰਤ ਕਰਨ ਰੂਪੀ ਘੋਲ ਘੋਲ ਕੇ ਸਾਡੇ ਅੰਗ ਹਿਰਦੇ 'ਚ ਪੱਕੀ ਲਾ ਦਿੱਤੀ ਹੈ। ਜਿਨ ਕੋ ਠਾਕੁਰ ਕਿਰਪਾ ਤਾਰੀ। ਇਹ ਮਹਾਤਮਾ ਰੂਪ ਸਖੀ ਜਿਨ੍ਹਾਂ ਦੇ ਉੱਤੇ ਮਾਲਕ ਪਰਮਾਤਮਾ ਨੇ ਆਪ ਦੀ ਕਿਰਪਾ ਕੀਤੀ ਹੈ। ਬਾਹਾਂ ਪਕੜ ਨਾਨਕ ਕੱਢ ਲਈਆ। ਸਾਡਾ ਮਨ ਤਾਂ ਲਾਇਆ ਵੀ ਨਹੀਂ ਲੱਗਦਾ, ਪਰ ਜੇ ਮਹਾਰਾਜ ਤੁਰਠ ਜਾਏ ਇੱਕ ਨਾ ਸੁੱਤਿਆਂ ਦੇ ਉਠਾਲ ਉਹਨਾਂ ਦੀ ਬਿਰਤੀ ਰੂ ਬਾਂਹ ਨੂੰ ਫੜ ਕੇ ਆਪ ਸੰਸਾਰ ਸਮੁੰਦਰ 'ਚੋਂ ਬਾਹਰ ਕੱਢ ਕੇ ਮੁਕਤੀ ਦੇ ਕਿਨਾਰੇ 'ਤੇ ਲਿਆ ਕੇ ਆਪਣੇ ਨਾਲ ਮੇਲ ਲੈਂਦਾ ਹੈ। ਇੱਥੇ ਸੁਖਮਨਾ ਸਾਹਿਬ ਨਾਮੇ ਬਾਣੀ ਦੀਆਂ ਪਹਿਲੀਆਂ 6 ਅਸ਼ਟਪਦੀਆਂ ਸਮਾਪਤ ਹੋਈਆਂ ਹਨ। ਭੁੱਲਾਂ ਚੁੱਕਾਂ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਪ੍ਰਭ ਆਨ ਆਨ ਮਹਿੰਦੀ ਪਿਸਾਈ। ਆਪੇ ਕੋਲ ਕੋਲ ਅੰਗ ਲਈਆ। ਜਨ ਕਉ ਠਾਕੁਰ ਕਿਰਪਾ ਧਾਰੀ। ਬਾਹਾਂ ਪਕੜ ਨਾਨਕ ਕੱਢ ਲਈਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਸਤਿਗੁਰੂ ਤੋਂ ਪਾਇਆ ਸਹਿਜ ਸੇਤੀ ਮਨ ਮਜੀਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤੰਗਾਵੋ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭੇ ਸਾਰਨਾ ਅੰਗੀਕਾਰ ਉਗਾਰੀ ਤੇਰਾ ਕਰ ਸਭ ਸਵਾਰਨ। ਸਭਨਾ ਗੱਲਾਂ ਸੁਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ। ਸਾਰੀ ਭਾਗਿਆ ਨਹੀਂ ਕਰਤੀ ਰਹਿ ਕਰਤਾ ਤੇਰੇ ਸਭ ਕਿਛ ਹਰ ਦੇ ਸੁਭਾਏ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ।